सतनाम वाहिगुरु साहिब जी। जे भुल्ली जे चुकी साईं, भी तहिंजी काढ़िया। जिन्ना ने हो दुजाने लगा, चूर मर हो से वांडिया। हौ ना छोड़ो कंत पासरा, सदा रंगीला लाल प्यारा। एहो महिंजा आसरा, सिख हो शब्द प्यारे हो। जन्म मरण की टेक, मुख उजल सदा सुखी। नानक सिमरत एक। मैं मूर्ख की केतक बात है, कोट पराधी तरिया रे। गावते उदरे सुनते उदरे, बिन से पाप कनेरे। पशु परेत मुगध को तारै, पाहन पार उतारै। गुर नानक जिन सुनिया पेखिया, से फिर गर्भास न परिया रे। मेरे लालन की शोभा, सद नव तन मन रंगी शोभा। बेसुमार थह गणत तोले, जो बुलावो त्यो नानक दास बोले। जो बुलावो त्यो नानक दास बोले। सतनाम वाहिगुरु साहिब जी। गावहे कपिलाद आद जोगेश्वर, अपरंपर अवतार वरो। गावै जमदग्नि परशुरामेश्वर, कर कुठार रघु तेज हरियो। गावै कपिलाद आद जोगेश्वर, अपरंपर अवतार वरो। गावै जमदग्नि परशुरामेश्वर, कर कुठार रघु तेज हरियो। उदौ अक्रूर बिदर गुण गावै, सर्वात्म जिन जानियो। कब कल सुजस गावो गुर नानक, राज जोग जिन माणियो। कब कल सुजस गावो गुर नानक,
ਰਾਜ ਜੋਗ ਜਿਨ ਮਾਣਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਮਿਹਰਾਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਆਪ ਸਭ ਗੁਰਸਿੱਖ ਸਤਸੰਗੀ ਜਨ ਸਤਿਗੁਰੂ ਕੀ ਰਹਿਮਤ ਦੇ ਪਾਤਰ ਬਣਦਿਆਂ ਹੋਇਆਂ ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੜੇ ਅਦਬ ਭਾਵ ਦੇ ਨਾਲ ਸਤਸੰਗਤ ਰੂਪ ਵਿੱਚ ਜੁੜ ਬੈਠੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਆਪਣੇ ਮਨੁੱਖਾ ਜੀਵਨ ਨੂੰ ਗੁਰੂ ਸ਼ਬਦ ਦੇ ਆਧਾਰ ਨਾਲ ਸਫਲ ਕਰਨ ਦਾ ਸ਼੍ਰੇਸ਼ਟ ਨਿਰਮਲ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਅਪਾਰ ਕਿਰਪਾ ਹੈ। ਆਪ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਸ਼ਰਵਣ ਕਰਕੇ ਨਿਰੰਤਰ ਅਧਿਆਤਮਕ ਲਾਹਾ ਪ੍ਰਾਪਤ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਅੰਤਰਗਤ ਸਵਈਏ ਮਹੱਲੇ ਪਹਿਲੇ ਕੇ ਅੰਤਰਗਤ ਆਪ ਜੀ ਭੱਟ ਕਲ ਜੀ ਦੁਆਰਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਅਗਮ ਅਗੋਚਰ ਸਿਫਤ ਦੇ ਵਿੱਚ ਉਚਾਰਨ ਕੀਤੇ ਸਵਈਆਂ ਦੀ ਲੜੀਵਾਰ ਵਿਆਖਿਆ ਸ਼ਰਵਣ ਕਰ ਰਹੇ ਹੋ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਵਹਿ ਕਪਿਲਾਦ ਆਦਿ ਜੋਗੇ ਸੁਰ, ਅਪਰੰਪਰ ਅਵਤਾਰ ਵਰੋ। ਭੱਟ ਕਲ ਜੀ ਨੇ ਸਤਿਗੁਰੂ ਗੁਰੂ ਨਾਨਕ ਸਰੂਪ ਦੀ ਜਦ ਸਿਫਤ ਸਲਾਹ ਦਾ ਉਚਾਰਨ ਆਰੰਭ ਕੀਤਾ ਸੀ ਤਾਂ ਭੱਟ ਕਲ ਜੀ ਨੇ ਉਚਾਰਿਆ ਸੀ ਕਿ ਸਤਿਗੁਰੂ ਗੁਰੂ ਨਾਨਕ ਸਰੂਪ ਰਾਜ ਜੋਗ ਦੇ ਮਾਲਕ ਹਨ। ਰਾਜ ਜੋਗ ਦਾ ਸਰਲ ਭਾਵ ਇਹ ਹੈ ਕਿ ਜਿਵੇਂ ਅਸੀਂ ਜੀਵ ਪਰਮੇਸ਼ਰ ਦੀ ਜੋਤ ਰੂਪ ਧਾਰਨ ਕਰਕੇ ਸੰਸਾਰ 'ਚ ਆਉਂਦੇ ਹਾਂ, ਇੱਥੇ ਆ ਕੇ ਮਾਇਆ ਦਾ ਪ੍ਰਪੰਚ, ਅਗਿਆਨ, ਅੰਧਕਾਰ, ਹੋਰ ਸਾਰਾ ਕੁਝ ਸਾਨੂੰ ਗ੍ਰਸ ਲੈਂਦਾ ਹੈ। ਗੁਰੂ ਨਾਨਕ ਸਰੂਪ ਅਕਾਲ ਸਰੂਪ ਪ੍ਰਗਟ ਹੋਏ ਮਨੁੱਖਾ ਦੇਹ ਦੇ ਵਿੱਚ ਇਸ ਸੰਸਾਰ ਦੇ ਮਾਇਆ ਦੇ ਵਿੱਚ ਉਹਨਾਂ ਪ੍ਰਵੇਸ਼ ਪਾਇਆ ਅਤੇ ਆਪਣੇ ਆਪਣੇ ਨਿਰੰਜਨ ਸਰੂਪ ਨੂੰ ਉਹਨਾਂ ਨੇ ਮਾਇਆ ਤੋਂ ਬਿਲਕੁਲ ਅਲੇਪ ਰੱਖਿਆ। ਕਿਸੇ ਤਰ੍ਹਾਂ ਦੇ ਮਾਇਆ ਪ੍ਰਪੰਚ ਦੇ ਛਲ ਵਿੱਚ ਨਹੀਂ ਆਏ ਅਤੇ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਹੀ ਜੋਗ ਦੀ ਭਾਵ ਕੇ ਅਕਾਲ ਪੁਰਖ ਦੇ ਨਾਲ ਅਭੇਦਤਾ ਕਿਵੇਂ ਹੋਣੀ ਹੈ ਜੀਵ ਦੀ, ਇਹ ਸਾਰਾ ਭੇਦ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਹਿਲਾਂ ਆਪ ਮਾਣਿਆ ਅਤੇ ਫਿਰ ਸਾਰੀ ਕਾਇਨਾਤ ਨੂੰ ਬਖਸ਼ਿਸ਼ ਕੀਤਾ। ਇਸ ਕਰਕੇ ਭੱਟ ਕਲ ਜੀ ਨੇ ਇਸ ਤੋਂ ਪਹਿਲਾਂ 3 ਸਵਈਆਂ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅਗੰਮ ਅਗੋਚਰ ਸਰੂਪ ਦੀ ਬੜੇ ਅਨੂਪਮ ਢੰਗ ਦੇ ਨਾਲ ਸਿਫਤ ਸਲਾਹ ਕਥਨ ਦਾ ਨਿਰਮਲ ਸ਼੍ਰੇਸ਼ਟ ਯਤਨ ਕੀਤਾ ਹੈ। ਚੌਥੇ ਸਵਈਏ ਦੇ ਆਰੰਭ ਵਿੱਚ ਭਗਤ ਭੱਟ ਕਲ ਜੀ ਬਖਸ਼ਿਸ਼ ਕਰਦੇ ਹਨ। ਗਾਵਹਿ ਕਪਿਲਾਦ ਆਦਿ ਜੋਗੇ ਸੁਰ, ਅਪਰੰਪਰ ਅਵਤਾਰ ਵਰੋ। ਅਸੀਂ ਆਰੰਭ ਦੇ ਵਿੱਚ ਇੱਕ ਗੱਲ ਸ਼ਰਵਣ ਕੀਤੀ ਸੀ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭੱਟਾਂ ਨੂੰ ਗੁਰੂ ਸਾਹਿਬਾਨਾਂ ਦੀ ਅਗੰਮ ਅਗੋਚਰ ਸਰੂਪ ਦੀ ਸਿਫਤ ਸਲਾਹ ਕਥਨ ਦਾ ਢੰਗ ਦੱਸਿਆ ਸੀ। ਉਸ ਢੰਗ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬੜੀ ਬਾਰੀਕੀ ਦੇ ਨਾਲ ਸਮਝਾਇਆ ਸੀ। ਉਹਦੇ ਵਿੱਚੋਂ ਭੱਟ ਸਾਹਿਬਾਨਾਂ ਨੇ ਇੱਕ ਪ੍ਰਸ਼ਨ ਕੀਤਾ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਿ ਜੋ ਗੁਰੂ ਨਾਨਕ ਅਕਾਲ ਪੁਰਖ ਸਰੂਪ ਹਨ, ਕੋਈ ਉਹਨਾਂ ਦੀ ਬਾਣੀ 'ਚੋਂ ਐਸਾ ਪ੍ਰਮਾਣ ਦਿਓ ਕਿ ਉਹਨਾਂ ਨੇ ਜਿਹਦੇ ਤੋਂ ਉਹਨਾਂ ਦੇ ਅਕਾਲ ਪੁਰਖ ਸਰੂਪ ਹੋਣ ਦਾ ਸਪਸ਼ਟ ਪ੍ਰਗਟਾਵਾ ਹੋਵੇ। ਕਿਉਂਕਿ ਜੋ ਆਪਣੇ ਸਰੂਪ ਦਾ ਵੇਖੋ ਸਾਰੀ ਕਾਇਨਾਤ ਅਕਾਲ ਪੁਰਖ ਦੀ ਸਰੂਪ ਨੂੰ ਬਿਆਨ ਕਰ ਰਹੀ ਹੈ, ਪਰ ਉਹਦਾ ਬਿਆਨ ਉਹਨਾਂ ਦੇ ਬਿਆਨਾਂ ਦੇ ਵਿੱਚ ਅਕਲ ਦਾ ਤਾਣ ਹੈ, ਕਲਪਨਾ ਦੀ ਅਸੀਮ ਉਡਾਰੀ ਹੈ,
ਜਾਂ ਪਰਮੇਸ਼ਰ ਦੇ ਕਿਰਤਮ ਨਾਵਾਂ ਦੀ ਬੜੀ ਗਹਿਰੀ ਸੂਝ ਹੈ ਜਿਹੜੇ ਹੁਣ ਤੱਕ ਅਕਾਲ ਪੁਰਖ ਦੇ ਗੁਣ ਕਥਨ ਕੀਤੇ ਹਨ, ਤਾਂ ਕੋਈ ਐਸਾ ਆਪ ਜੀ ਕਥਨ ਕਰੋ। ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹਨਾਂ ਨੂੰ ਪ੍ਰਮਾਣ ਦਿੱਤਾ ਸੀ ਕਿ ਗੁਰੂ ਨਾਨਕ ਅਕਾਲ ਪੁਰਖ ਸਰੂਪ ਕਿਵੇਂ ਹੈ। ਆਪ ਜੀ 100 ਦਰ ਵਾਲੀ ਪੌੜੀ ਪੜ੍ਹ ਸਕਦੇ ਹੋ। 100 ਦਰ ਵਾਲੀ ਪੌੜੀ ਦੇ ਵਿੱਚ ਸਾਰੀ ਕਾਇਨਾਤ ਦਾ ਜਿਹੜੀ, ਕਿਉਂਕਿ ਜਿਹਨੂੰ ਗਾ ਰਹੀ ਉਹਨੂੰ ਪਤਾ ਹੈ, ਗੁਰੂ ਨਾਨਕ ਅਕਾਲ ਪੁਰਖ ਸਰੂਪ ਨੂੰ ਪਤਾ ਕਿ ਉਹਨੂੰ ਕਿਹੜਾ ਕਿਵੇਂ ਗਾ ਰਿਹਾ ਹੈ, ਕਿਹੜਾ ਉਹਨਾਂ ਦੇ ਸਰੂਪ ਨੂੰ ਕਿਵੇਂ ਧਿਆ ਰਿਹਾ ਹੈ, ਕਿਹੜਾ ਉਹਨਾਂ ਦੀ ਕਿਰਪਾ ਨੂੰ ਕਿਵੇਂ ਮਾਣ ਰਿਹਾ। ਗੁਰੂ ਨਾਨਕ ਸਰੂਪ ਨੂੰ ਪਤਾ, ਇਸ ਕਰਕੇ ਉਹਨਾਂ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਉਚਾਰਨ ਕੀਤਾ ਹੈ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤਬੈ ਸਰਬ ਸੰਭਾਲੇ। ਉਹਦੇ ਵਿੱਚ ਕਿੰਨਾ ਲੰਬਾ ਵਿਸਥਾਰਤ ਬਿਆਨ ਕਰਕੇ ਗੁਰੂ ਸਾਹਿਬ ਜੀ ਆਖਦੇ, ਹੋਰ ਕੇਤੇ ਤੁਧਨੋਂ ਗਾਵਨ ਸੇ ਮੈਂ ਚੇਤਨਾ ਆਵਨ। ਇਸੇ ਤਰ੍ਹਾਂ ਫਿਰ ਗੁਰੂ ਭੱਟ ਸਾਹਿਬਾਨਾਂ ਨੂੰ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਪ੍ਰਮਾਣ ਦਿੱਤਾ, ਤਾਂ ਫਿਰ ਭੱਟ ਸਾਹਿਬਾਨਾਂ ਨੂੰ ਸੋਝੀ ਆਈ ਕਿ ਸਾਰੀ ਸ੍ਰਿਸ਼ਟ ਕਿਵੇਂ ਕਿਵੇਂ ਗੁਰੂ ਨਾਨਕ ਸਾਹਿਬ ਦਾ ਗਾਇਨ ਕਰ ਰਹੀ ਹੈ। ਕਿਉਂਕਿ ਗੁਰੂ ਨਾਨਕ ਅਕਾਲ ਪੁਰਖ ਸਰੂਪ ਨੇ ਜਿਹੜੀ ਸਾਰੀ ਸ੍ਰਿਸ਼ਟੀ ਉਹਨਾਂ ਦਾ ਧਿਆਨ ਧਰ ਰਹੀ ਹੈ, ਉਹਦਾ ਜ਼ਿਕਰ ਆਪਣੀ ਬਾਣੀ ਅੰਦਰ ਕੀਤਾ। ਅਤੇ ਭੱਟ ਕੱਲ ਜੀ ਚੌਥੇ ਸਵਈਏ ਦੇ ਆਰੰਭ 'ਤੇ ਆਖਦੇ ਹਨ ਕਿ ਕਪਿਲਾਦ, ਕਿ ਕਪਲ ਰਿਸ਼ੀ ਜਿਹੜਾ ਸਾਂਖ ਦਰਸ਼ਨ ਦਾ ਕਰਤਾ ਮੰਨਿਆ ਜਾਂਦਾ ਹੈ। ਸਾਂਖ ਦਰਸ਼ਨ ਉਹ ਗ੍ਰੰਥ ਹੈ ਜਿਹੜਾ ਮੰਨਦਾ ਹੈ ਕਿ ਜਿਹੜਾ ਇਸ ਜਗਤ ਦੀ ਰਚਨਾ ਕਰਨ ਵਾਲਾ ਕੋਈ ਈਸ਼ਵਰ ਨਹੀਂ ਹੈ, ਅਨੀਸ਼ਵਰਵਾਦੀ ਇਸ ਜਗਤ ਨੂੰ ਮੰਨਦਾ ਹੈ। ਭੱਟਕਲ ਜੀ ਆਖਦੇ ਨੇ ਕਿ ਕਪਲ ਰਿਸ਼ੀ ਵਰਗੇ ਵੀ ਜਿਹੜੇ ਸਾਂਖ ਦਰਸ਼ਨ ਦੇ ਕਰਤਾ ਹਨ, 6 ਦਰਸ਼ਨ ਉਹਨਾਂ ਦੇ ਵਿੱਚ ਇੱਕ ਸਾਂਖ ਦਰਸ਼ਨ ਹੈ। ਅਤੇ ਸਾਂਖ ਦਰਸ਼ਨ ਕਹਿੰਦੇ ਪਰਮੇਸ਼ਰ ਦੀ ਹੋਂਦ ਨੂੰ ਨਹੀਂ ਮੰਨਦਾ, ਕਹਿੰਦਾ ਕਿ ਜਗਤ ਦੀ ਈਸ਼ਵਰੀ ਰਚਨਾ ਨਹੀਂ ਹੋਈ, ਇਹਦਾ ਹੋਰ ਢੰਗ ਦੇ ਨਾਲ ਰਚਨਾ ਹੋਈ ਹੈ। ਤਾਂ ਭੱਟਕਲ ਜੀ ਆਖਦੇ ਹਨ ਕਿ ਉਹ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਰੂਪ ਨੂੰ ਗਾਉਂਦਾ ਹੈ। ਹੁਣ ਮਨੁੱਖ ਜਾਣਨਾ ਚਾਹੇਗਾ ਕਿ ਜੀ ਉਹ ਤਾਂ ਅਨੀਸ਼ਵਰਵਾਦੀ ਹੈ, ਈਸ਼ਵਰ ਦੁਆਰਾ ਜਗਤ ਦੀ ਰਚਨਾ ਨਹੀਂ ਸਮਝਦੇ ਕਪਲ ਰਿਸ਼ੀ ਜੀ, ਉਹ ਗੁਰੂ ਨਾਨਕ ਸਰੂਪ ਨੂੰ ਕਿਵੇਂ ਗਾ ਰਹੇ ਹਨ। ਹੁਣ ਇਸ ਕਰਕੇ ਅਸੀਂ ਬਾਣੀ ਦੇ ਵਿੱਚ ਪੜ੍ਹਦੇ ਹਾਂ ਜਦੋਂ ਸਤਿਗੁਰੂ ਕੇ ਵਾਕ, ਕਿ ਜਦੋਂ ਸ੍ਰਿਸ਼ਟੀ ਨਹੀਂ ਸੀ ਬਣੀ, ਸਾਰਾ ਕੁਝ ਸੁੰਨ ਸੀ, ਕੋਈ ਰੂਪ ਰੰਗ ਆਕਾਰ ਨਹੀਂ ਬਣਿਆ ਸੀ। ਹੁਣ ਜਿਹੜੇ ਕਪਲ ਰਿਸ਼ੀ ਵਰਗੇ ਉੱਚੀ ਸੁਰਤ ਵਾਲੇ ਹਨ, ਉਹਨਾਂ ਨੇ ਇਸ ਭਾਵ ਨੂੰ ਸਮਝਿਆ ਕਿ ਸ਼ਾਇਦ ਕੋਈ ਰਚਨਾ ਕਰਨ ਵਾਲਾ ਹੈ ਹੀ ਨਹੀਂ ਸੀ, ਕਿ ਜਦੋਂ ਰਚਨਾ ਨਹੀਂ ਬਣੀ ਤਾਂ ਇਹਦਾ ਭਾਵ ਹੈ ਕੋਈ ਰਚਨਾ ਕਰਨ ਵਾਲਾ ਨਹੀਂ ਸੀ। ਪਰ ਸਤਿਗੁਰੂ ਗੁਰੂ ਨਾਨਕ ਸਰੂਪ ਜੀ, ਅਸੀਂ ਜਦੋਂ 52 ਬਾਣੀ ਪੜ੍ਹਦੇ ਹਾਂ ਕਿ ਜਦੋਂ ਕੁਝ ਵੀ ਨਹੀਂ ਸੀ ਰਚਿਆ, ਸੁੰਨ ਸੀ ਸਾਰੀ ਧਰਤੀ ਦੇ ਆਲੇ ਦੁਆਲੇ ਪਸਰੀ ਹੋਈ, ਉਦੋਂ ਵੀ ਪਰਮੇਸ਼ਰ ਇਹਦੇ ਵਿਦਮਾਨ ਸੀ। ਇਸ ਕਰਕੇ ਭੱਟਕਲ ਜੀ ਆਖਦੇ ਹਨ ਕਿ ਜੇ ਕਪਲ ਰਿਸ਼ੀ ਵਰਗੇ ਗੁਰੂ ਨਾਨਕ ਦੇ ਸੁੰਨ ਰੂਪ ਨੂੰ ਸਮਝ ਕੇ ਕਿ ਆਦ ਸੁੰਨ ਦੇ ਵਿੱਚ ਗੁਰੂ ਨਾਨਕ ਕਿਵੇਂ ਵਿਆਪਤ ਹੈ, ਕਹਿੰਦੇ ਉਹਦੇ ਉਸੇ ਰੂਪ ਨੂੰ ਸਮਝ ਕੇ ਜਦੋਂ ਕਪਲ ਰਿਸ਼ੀ ਵਰਗੇ ਵੀ ਜਾਣਦੇ ਹਨ ਅਤੇ ਉਹ ਭਾਵੇਂ ਅਣਈਸ਼ਵਰਵਾਦੀ ਆਖਦੇ ਹਨ, ਤਾਂ ਵੀ ਉਹ ਪਰਮੇਸ਼ਰ ਦੇ ਸੁੰਨ ਰੂਪ ਦਾ ਹੀ ਵਿਖਿਆਨ ਕਰਦੇ ਹਨ। ਆਦ ਜੋਗੇਸ਼ਵਰ, ਹੁਣ ਭੱਟਕਲ ਜੀ ਆਖਦੇ ਨੇ ਆਦ ਜੋਗੇਸ਼ਵਰ। ਇੱਕ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਸਿੱਧ ਜੋਗੀ ਮਿਲੇ ਕੈਲਾਸ਼ ਪਰਬਤ 'ਤੇ ਗੋਰ ਖੱਟੜੀ ਵਿਖੇ, ਅਚਲ ਬਟਾਲੇ ਵਿਖੇ। ਪਰ ਭੱਟਕਲ ਜੀ ਆਖਦੇ ਹਨ ਕਿ ਗੁਰੂ ਨਾਨਕ ਦੀ ਸਿਫਤ ਦਾ ਗਾਇਨ ਕੱਲਾ ਕੈਲਾਸ਼ ਦੇ ਮੰਗਲਨਾਥ ਜਾਂ ਹੋਰ ਗੋਰਖਨਾਥ ਵਰਗੇ ਸਿੱਧਾਂ ਨੇ ਗਾਇਨ ਨਹੀਂ ਕੀਤਾ। ਆਦ ਜੋਗੇਸ਼ਵਰ, ਜਿਹੜੀ ਗੋਰਖਨਾਥ ਦੀ ਯੋਗ ਪਰੰਪਰਾ ਹੈ, ਜੋਗੀਸ਼ਵਰਾਂ ਦੀ ਜਿਹੜੀ ਲੰਬੀ ਇੱਕ ਸਿਲਸਿਲਾ ਚੱਲਿਆ ਆਉਂਦਾ ਹੈ, ਤਾਂ ਉਹ ਭੱਟਕਲ ਜੀ ਆਖਦੇ ਨੇ ਆਦ ਜੋਗੇਸ਼ਵਰ ਜਿਹੜਾ ਪਹਿਲਾ ਜੋਗੀ ਧਰਤੀ 'ਤੇ ਪੈਦਾ ਹੋਇਆ, ਜਿਹਨੇ ਆਪਣੇ ਧਿਆਨ ਦੇ ਜ਼ੋਰ ਨਾਲ, ਆਪਣੇ ਧਿਆਨ ਦੀ ਉੱਚਤਾ ਦੇ ਨਾਲ ਪਰਮੇਸ਼ਰ ਦੇ ਭੇਦ ਨੂੰ ਜਾਣਨਾ ਚਾਹਿਆ। ਭੱਟਕਲ ਜੀ ਆਖਦੇ ਨੇ ਆਦ ਜੋਗੀਸ਼ਵਰਾਂ ਤੋਂ ਲੈ ਕੇ ਉਹ ਵੀ ਉਦੋਂ ਤੋਂ ਹੀ ਗੁਰੂ ਨਾਨਕ ਸਰੂਪ ਦਾ ਉਚਾਰਨ ਕਰ ਰਹੇ ਹਨ, ਉਹਨਾਂ ਦਾ ਹੀ ਧਿਆਨ ਧਰ ਰਹੇ ਹਨ। ਅਪਰੰਪਰ ਅਵਤਾਰ ਵਰੋ, ਹੁਣ ਜਿਹੜਾ ਸਨਾਤਨ ਮੱਤ ਹੈ ਉਹਨੇ ਪਰਮੇਸ਼ਰ ਦੇ ਰੂਪ ਦੀ ਕਲਪਨਾ ਵਿਸ਼ਨੂੰ ਦੇ 24 ਅਵਤਾਰਾਂ ਵਿੱਚ ਬਣਾਈ ਹੈ। ਤਾਂ ਪਰ ਭੱਟਕਲ ਜੀ ਆਖਦੇ ਹਨ ਕਿ ਅਵਤਾਰਾਂ ਦੀ ਅਗਰ 24 ਅਵਤਾਰਾਂ ਦੀ ਕਲਪਨਾ ਕੀਤੀ ਜਾਂਦੀ ਹੈ, ਜਿਹਦੇ ਵਿੱਚ ਵਿਸ਼ਨੂੰ ਦੇ 10, ਬ੍ਰਹਮਾ ਦੇ 7, ਸ਼ਿਵ ਦੇ 7 ਅਵਤਾਰ ਮੰਨੇ ਜਾਂਦੇ ਹਨ, ਪਰ ਭੱਟਕਲ ਜੀ ਆਖਦੇ ਨੇ ਕਿ ਗੁਰੂ ਨਾਨਕ ਦਾ ਅਪਰੰਪਰ ਸਰੂਪ ਐਡਾ ਵੱਡਾ ਹੈ। ਅਪਰੰਪਰ ਦਾ ਭਾਵ ਜਿਹਦਾ ਪਾਰ ਨਾ ਪਾਇਆ ਜਾ ਸਕੇ। ਤਾਂ ਭੱਟਕਲ ਜੀ ਆਖਦੇ ਨੇ ਕਿ ਜੇ ਅਵਤਾਰਾਂ ਦੇ ਸਿਲਸਿਲੇ ਵਿੱਚ ਸਨਾਤਨ ਮੱਤ 24 ਅਵਤਾਰਾਂ ਦੁਆਰਾ
ਪਰਮੇਸ਼ਰ ਦੇ ਸਰੂਪ ਦੀ ਕਲਪਨਾ ਪੂਰਨ ਹੋਣ ਦੀ ਗੱਲ ਕਰਦਾ ਹੈ। ਅਤੇ ਗੁਰੂ ਨਾਨਕ ਸਰੂਪ 24 ਅਵਤਾਰਾਂ ਦੇ ਸਿਲਸਿਲੇ ਤੋਂ ਵੀ ਕਿਤੇ ਅਗੇਰੇ ਹਨ, ਕਿਉਂਕਿ ਜਿਹੜੇ ਪਹਿਲਾਂ ਅਵਤਾਰ ਪ੍ਰਗਟੇ ਉਹ ਸਮੇਂ ਕਾਲ ਦੀ ਸੀਮਾ ਦੇ ਵਿੱਚ ਰਹੇ, ਪਰ ਗੁਰੂ ਨਾਨਕ ਅਵਤਾਰ ਸਰੂਪ ਨੇ ਜਦੋਂ ਸ੍ਰਿਸ਼ਟੀ 'ਤੇ ਧਾਰਨ ਕੀਤਾ ਅਤੇ ਗੁਰੂ ਨਾਨਕ ਨੇ ਫਿਰ ਸ਼ਬਦ ਪ੍ਰਕਾਸ਼ ਦੇ ਨਾਲ ਸਦੀਵੀ ਤੌਰ 'ਤੇ ਸ੍ਰਿਸ਼ਟੀ ਦੇ ਆਦ ਅੰਤ ਤੱਕ ਆਪਣੇ ਐਸੇ ਸਰੂਪ ਨੂੰ ਸਥਾਪਿਤ ਕਰ ਦਿੱਤਾ ਜਿਹੜਾ ਰੂਪ ਕਦੇ ਮਿਟਣ ਵਿੱਚ ਨਹੀਂ ਆਉਂਦਾ। ਇਸ ਕਰਕੇ ਭੱਟ ਕਲ ਜੀ ਆਖਦੇ ਹਨ ਕਿ ਕਪਿਲ ਰਿਸ਼ੀ ਵਰਗੇ ਵੀ ਗੁਰੂ ਨਾਨਕ ਸਰੂਪ ਦੇ ਗੁਣ ਗਾਇਨ ਕਰਦੇ ਹਨ। ਆਦਿ ਜੋਗੀਸ਼ਰ ਜਿਸ ਸਰੂਪ ਦਾ ਧਿਆਨ ਧਰਦੇ ਹਨ ਉਹ ਵੀ ਗੁਰੂ ਨਾਨਕ ਸਰੂਪ ਹੈ। ਅਤੇ ਅਵਤਾਰਾਂ ਦੀ ਕਲਪਨਾ ਦੇ ਵਿੱਚ ਜੇ ਗੁਰੂ ਨਾਨਕ ਸਾਹਿਬ ਨੂੰ ਅਵਤਾਰ ਦੇਖਣਾ ਹੈ ਤਾਂ ਇਹ ਅਵਤਾਰਾਂ ਦੇ ਸਿਲਸਿਲੇ ਤੋਂ ਵੀ ਬੜਾ ਅੱਗੇ ਲੰਘ ਜਾਂਦੇ ਹਨ, ਸਾਰਿਆਂ ਨੂੰ ਬਖਸ਼ਿਸ਼ ਕਰਨ ਵਾਲੇ ਹਨ। ਗਾਵੈ ਜਮ ਦਗਨ ਪਰਸ ਰਾਮੇਸ਼ੁਰ, ਕਰ ਕੁਠਾਰ ਰਗ ਤੇਜ ਹਰਿਓ। ਤਾਂ ਭੱਟ ਕਲ ਜੀ ਬਖਸ਼ਿਸ਼ ਕਰਦੇ ਹਨ ਕਿ ਜਮਦਗਨ ਦਾ ਪੁੱਤਰ ਪਰਸਰਾਮ, ਜਿਹਨੇ 21 ਵਾਰੀ ਛਤਰੀਆਂ ਦੇ ਕੁਲ ਦਾ ਨਾਸ਼ ਕੀਤਾ, ਕਹਿੰਦੇ ਗਾਵੈ ਜਮਦਗਨ ਪਰਸਰਾਮੇਸ਼ੁਰ, ਅਤੇ ਉਹਦਾ ਬਲ ਚੁਰਾ ਕੇ ਉਹਦੇ ਬਲ ਨੂੰ ਹਰ ਕੇ ਉਹਦੇ ਹੱਥੋਂ ਕੁਹਾੜਾ ਖੋਹਣ ਵਾਲੇ ਸ਼੍ਰੀ ਰਾਮ ਰੂਪ ਤ੍ਰੇਤੇ ਯੁੱਗ ਦੇ ਜਿਹੜੇ ਅਵਤਾਰ ਹਨ, ਉਹ ਜਿਸ ਸਦਕਾ ਉਹਨਾਂ ਨੇ ਪਰਸਰਾਮ ਦੇ ਬਲ ਨੂੰ ਹਰਿਆ ਸੀ, ਉਹ ਵੀ ਬਲ ਗੁਰੂ ਨਾਨਕ ਸਰੂਪ ਦੇ ਵਿੱਚੋਂ ਉਤਪਤ ਹੋਇਆ ਮਿਲਿਆ। ਇਸ ਕਰਕੇ ਕਿਉਂਕਿ ਜਿਹੜਾ ਜਮਦਗਨੀ ਦਾ ਪੁੱਤਰ ਸੀ ਪਰਸ਼ੁਰਾਮ, ਉਹਨੇ ਕੁਹਾੜਾ ਲੈ ਕੇ 21 ਵਾਰੀ ਛਤਰੀਆਂ ਦੇ ਕੁਲ ਦਾ ਨਾਸ਼ ਕਰ ਦਿੱਤਾ ਸੀ। ਅਤੇ ਜਦੋਂ ਪੂਰੀ ਤਰ੍ਹਾਂ ਸੰਪੂਰਨ ਨਾਸ਼ ਨਾ ਹੋ ਜਾਵੇ ਅਤੇ ਫਿਰ ਸ਼੍ਰੀ ਰਾਮ ਜੀ ਨੇ ਉਹਦਾ ਬਲ ਹਰ ਕੇ ਅਤੇ ਉਹਨੂੰ ਜਿਹੜਾ ਸੀ ਉਹਦੇ ਕੋਲ ਕੁਹਾੜਾ ਖੋਹਿਆ ਸੀ। ਇਸ ਕਰਕੇ ਬਾਣੀ ਦੇ ਵਿੱਚ ਭੱਟ ਕਲ ਜੀ ਆਖਦੇ ਹਨ ਕਿ ਜੋ ਰਾਮ ਜੀ ਨੇ ਰਘੂਕੁਲ ਵਾਲਿਆਂ ਨੇ ਉਹਦਾ ਬਲ ਹਿਰਿਆ, ਜੋ ਪਰਸ਼ੁਰਾਮ ਦੇ ਜ਼ੁਲਮ ਦਾ ਜੇ ਉਹਦੇ ਤੇਜ ਪ੍ਰਤਾਪ ਨੂੰ ਰੋਕਿਆ, ਉਹ ਸਾਰਾ ਬਲ ਸਰੂਪ ਵੀ ਗੁਰੂ ਨਾਨਕ ਤੋਂ ਹੀ ਪੈਦਾ ਹੋਇਆ ਹੈ। ਉਦੋਂ ਅਕਰੂਰ ਬਿਦਰ ਗੁਣ ਗਾਵੈ, ਸਰਬਾਤਮ ਜਿਨ ਜਾਣਿਓ। ਅਤੇ ਸ਼੍ਰੀ ਕ੍ਰਿਸ਼ਨ ਜੀ ਦੇ 3 ਉੱਤਮ ਭਗਤ ਕਹੇ ਜਾਂਦੇ ਹਨ ਉਦੋਂ, ਜਿਨ੍ਹਾਂ ਨੂੰ ਉਹਨਾਂ ਨੇ ਇਸ ਯੋਗ ਮੰਨਿਆ ਕਿ ਬਿੰਦਰਾਬਨ ਦੀਆਂ ਗੋਪੀਆਂ ਨੂੰ ਉਪਦੇਸ਼ ਕਰਨ ਦੇ ਲਈ ਉਦੋਂ ਨੂੰ ਭੇਜਿਆ ਸੀ। ਅਕਰੂਰ ਸ਼੍ਰੀ ਕ੍ਰਿਸ਼ਨ ਜੀ ਦਾ ਚਾਚਾ ਲੱਗਦਾ ਸੀ, ਅਤੇ ਬਿਦਰ ਐਸਾ ਸ਼੍ਰੇਸ਼ਟ ਦਾਸੀ ਕੁਲ ਦਾ ਭਗਤ ਸੀ ਜਿਹਦੇ ਜਦੋਂ ਦੁਰਯੋਧਨ ਦਾ ਗ੍ਰਹਿ ਛੱਡ ਕੇ ਉਹਦੇ ਗ੍ਰਹਿ ਗਏ ਸਨ। ਅਤੇ ਜਦੋਂ ਭੱਟ ਕਲ ਜੀ ਇਹਨਾਂ 3 ਭਗਤਾਂ ਦਾ ਜ਼ਿਕਰ ਕਰਦੇ ਹਨ ਤਾਂ ਉਹਨਾਂ ਦਾ ਭਾਵ ਹੈ ਕਿ ਗੁਰੂ ਨਾਨਕ ਸਰੂਪ ਨੇ ਜਿਹੜੇ ਗੁਰੂ ਨਾਨਕ ਜਿਵੇਂ ਉਦੋਂ ਜੀ ਅਤੇ ਅਕਰੂਰ ਜੀ ਉਮਰ ਦੇ ਵਿੱਚ ਵੱਡੇ ਸਨ ਸ਼੍ਰੀ ਕ੍ਰਿਸ਼ਨ ਤੋਂ, ਪਰ ਫਿਰ ਵੀ ਉਹਨਾਂ ਭਗਤੀ ਭਾਵ ਧਾਰਨ ਕੀਤਾ ਸੀ। ਇਸ ਕਰਕੇ ਭੱਟ ਕਲ ਜੀ ਆਖਦੇ ਹਨ ਕਿ ਇਸੇ ਤਰ੍ਹਾਂ ਸਾਰੀ ਕਾਇਨਾਤ ਦੇ ਵਿੱਚ ਜਿਵੇਂ ਉਦੋਂ ਜੀ ਨੇ ਸ਼੍ਰੀ ਕ੍ਰਿਸ਼ਨ ਦੇ ਅੰਦਰ ਮਾਲਕ ਦਾ ਸਰੂਪ ਪਹਿਚਾਣਿਆ ਸੀ, ਬਿਦਰ ਦੀ ਭਗਤੀ ਕਰਕੇ ਉਹਦੇ ਗ੍ਰਹਿ ਚਰਨ ਮੁਬਾਰਕ ਪਾ ਕੇ ਉਹਨਾਂ ਨੂੰ ਪ੍ਰਸੰਨ ਕੀਤਾ ਸੀ। ਕਹਿੰਦੇ ਇਵੇਂ ਹੀ ਸਤਿਗੁਰੂ ਗੁਰੂ ਨਾਨਕ ਸਰੂਪ ਬਖਸ਼ਿਸ਼ ਕਰਨ ਵਾਲੇ ਹਨ, ਚਾਹੇ ਕੋਈ ਉਹਨਾਂ ਦਾ ਸੰਬੰਧੀ ਕਰਕੇ ਹੋਵੇ, ਚਾਹੇ ਨੀਚ ਕੁੱਲ ਦਾਸ ਕੁੱਲ ਵਾਲਾ ਭਗਤ ਹੋਵੇ, ਉਹ ਸਾਰਿਆਂ ਨੂੰ ਨਵਾਜ਼ਿਸ਼ ਕਰਨ ਵਾਲੇ ਹਨ। ਸਰਬ ਆਤਮ ਜਿਨ ਜਾਣਿਓ, ਕਿ ਜਿਨ੍ਹਾਂ ਸਰਵ ਆਤਮ ਦੇ ਵਿੱਚ ਪਰਮੇਸ਼ਰ ਦੇ ਰੂਪ ਨੂੰ ਪਹਿਚਾਣੇ ਦਾ ਵਿਸਥਾਰ ਆਪਦੇ ਸਨਮੁਖ ਰੱਖਾਂ। ਜਦੋਂ ਗੁਰੂ ਨਾਨਕ ਸਾਹਿਬ ਕਲਯੁੱਗ ਦੇ ਵਿੱਚ ਪ੍ਰਗਟੇ, ਉਸ ਸਮੇਂ ਤੱਕ ਜਿਹੜੀ ਵਰਣ ਵਿਵਸਥਾ ਸੀ ਉਹਦਾ ਸਿਲਸਿਲਾ ਇੱਕ ਚੱਲਿਆ ਜਾ ਰਿਹਾ ਸੀ। ਸਭ ਤੋਂ ਵੱਡਾ ਧਰਮ ਦਾ ਸੰਕਟ ਇਹ ਸੀ, ਵਰਣ ਦਾ, ਜਾਤੀ ਦਾ, ਸਭ ਤਰ੍ਹਾਂ ਦੇ ਵਿਤਕਰਿਆਂ ਦੀ ਸਾੜੀ ਜੜ ਇਹ ਸੀ ਕਿ ਮਨੁੱਖ ਦੇ ਅੰਦਰ ਮਾਲਕ ਦੇ ਸਰੂਪ ਨੂੰ ਨਾ ਤਾਂ ਤਸੱਵਰ ਕੀਤਾ ਜਾ ਰਿਹਾ ਸੀ ਅਤੇ ਨਾ ਹੀ ਉਹਨੂੰ ਮੰਨਿਆ ਜਾ ਰਿਹਾ ਸੀ। ਮਤਲਬ ਬੰਦੇ ਨੂੰ ਕੇਵਲ ਸਰੀਰ ਮੰਨਿਆ ਜਾਂਦਾ ਸੀ ਅਤੇ ਇਹ ਨਹੀਂ ਸੀ ਮੰਨਿਆ ਜਾਂਦਾ ਕਿ ਇਹਦੇ ਅੰਦਰ ਪਰਮੇਸ਼ਰ ਦੀ ਜੋਤ ਹੈ, ਅਕਾਲ ਪੁਰਖ ਦਾ ਨੂਰ ਹੈ, ਖੁਦਾ ਦਾ ਪ੍ਰਕਾਸ਼ ਹੈ। ਇਹ ਨਹੀਂ ਸੀ ਸਮਝਿਆ ਜਾਂਦਾ ਉਹਦੇ ਸੰਬੰਧ ਵਿੱਚ। ਤਾਂ ਗੁਰੂ ਨਾਨਕ ਸਰੂਪ ਜਦੋਂ ਧਰਤੀ 'ਤੇ ਪ੍ਰਗਟੇ ਤਾਂ ਉਹਨਾਂ ਨੇ ਸਾਰੀ ਸ੍ਰਿਸ਼ਟੀ ਨੂੰ ਇਹ ਭੇਦ ਜਣਾਇਆ ਕਿ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਕਿ ਜਿੰਨੀ ਕਾਇਨਾਤ ਪੈਦਾ ਹੋ ਰਹੀ ਹੈ, ਜਿੰਨੀ ਕਾਇਨਾਤ ਦੇ ਵਿੱਚ ਜਿੰਨੀਆਂ ਰਚਨਾਵਾਂ ਤੋਂ ਜਿੰਨਾ ਜੀਵਨ ਬਣ ਰਿਹਾ ਹੈ, ਇਹ ਇੱਕੋ ਗੁਰੂ ਨਾਨਕ ਸਰੂਪ ਦਾ ਹੀ ਪਸਾਰਾ ਹੈ। ਇਸ ਕਰਕੇ ਸਾਰਿਆਂ ਦੀ ਸੁਰਤ ਵਿੱਚ ਇੱਕੋ ਦਾ ਭਾਵ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦ੍ਰਿੜ ਕਰਵਾਇਆ। ਇਸ ਕਰਕੇ ਭੱਟ ਕਲ ਜੀ ਆਖਦੇ ਹਨ ਕਿ ਹੇ ਸਤਿਗੁਰੂ ਗੁਰੂ ਨਾਨਕ ਸਰੂਪ,
ਜਿਨ੍ਹਾਂ ਨੇ ਤੈਨੂੰ ਸਾਰੇ ਸਰਵ ਰੂਪਾਂ ਦੇ ਵਿੱਚ ਜਾਣਿਆ। ਕਿਸੇ ਨੇ ਤੈਨੂੰ ਦਾਸ ਭਾਵ ਹੋ ਕੇ ਜਾਣਿਆ, ਜਿਵੇਂ ਬਿਦਰ ਜੀ ਸਨ, ਉਹਨਾਂ ਦਾਸ ਹੋ ਕੇ ਜਾਣਿਆ। ਉਹਨਾਂ ਨੇ ਅਲੂਣਾ ਸਾਗ ਬਣਾ ਲਿਆ ਅਤੇ ਫਿਰ ਜਾਣਿਆ ਕਿ ਦੇਖਦੇ ਹਾਂ ਕਿ ਮੇਰੀ ਉੱਤਮ ਭਗਤੀ ਕਿੱਥੋਂ ਤੱਕ ਜਾਂਦੀ ਹੈ। ਤਾਂ ਦੁਰਯੋਧਨ ਦਾ ਗ੍ਰਹਿ ਛੱਡ ਕੇ ਸ਼੍ਰੀ ਕ੍ਰਿਸ਼ਨ ਉਹਨਾਂ ਦੇ ਗ੍ਰਹਿ ਪਧਾਰੇ। ਇਸ ਕਰਕੇ ਬਾਣੀ 'ਚ ਵਾਕ ਆਉਂਦੇ ਹਨ, ਰਾਜਨ ਕੌਣ ਤੁਮਾਰੋ ਆਵੈ, ਐਸੋ ਪਾਓ ਬਿਦਰ ਕੋ ਦੇਖਿਓ, ਉਹ ਗਰੀਬ ਮੋਏ ਪਾਵੈ। ਅਤੇ ਭੱਟ ਕਲ ਦੀ ਆਖਦੇ ਹਨ ਕਿ ਉਦੋਂ, ਭਾਵ ਕਿ ਉਦੋਂ ਉਮਰ ਦੇ ਵਿੱਚ ਬੜਾ ਵੱਡਾ ਸੀ। ਕਹਿਣ ਲੱਗੇ ਕੋਈ ਉਦੋਂ ਉਮਰ ਦੀ ਵੱਡੇ ਤਕਾਜ਼ੇ ਕਰਕੇ, ਵੱਡੇ ਰੁਤਬੇ ਅਹੁਦੇ ਕਰਕੇ ਵੀ ਅਗਰ ਗੁਰੂ ਸਰੂਪ ਦਾ ਧਿਆਨ ਧਰਦਾ ਅਤੇ ਗੁਰੂ ਨਾਨਕ ਨੇ ਉਹਦੀ ਮੁਕਤ ਰੂਪ ਕਲਿਆਣ ਕੀਤੀ। ਭਾਵ ਕਿ ਜਿਵੇਂ ਰਾਏ ਬੁਲਾਰ ਜੀ, ਕਿਤਨੀ ਵੱਡੀ ਆਰਜੂ ਸੀ, ਪਰ ਉਹਨਾਂ ਨੇ ਗੁਰੂ ਨਾਨਕ ਸਰੂਪ ਅੰਦਰ ਅੱਲਾਹ ਤਾਲਾ ਦਾ ਨੂਰ ਦੇਖਿਆ। ਅਕਰੂਰ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਾਚਾ ਭਾਈ ਲਾਲੂ ਜੀ, ਅੱਗੇ ਆਖਦੇ ਬਿਦਰ ਭਾਵ ਜਿਹਦੇ ਵਿੱਚ ਗੁਰੂ ਸਾਹਿਬ ਜੀ ਦੇ ਸੇਵਕ ਭਾਈ ਮਰਦਾਨਾ ਜੀ ਆ ਜਾਂਦੇ ਹਨ, ਭਾਈ ਲਾਲੋ ਜੀ ਵਰਗੇ ਆ ਜਾਂਦੇ ਹਨ। ਕਹਿੰਦੇ ਇਹਨਾਂ ਨੇ ਗੁਰੂ ਨਾਨਕ ਸਰੂਪ ਨੂੰ ਜਦੋਂ ਪ੍ਰਤੱਖ ਜਾਣਿਆ ਅਤੇ ਇਹਨਾਂ ਸਾਰਿਆਂ ਨੂੰ ਪਰਮੇਸ਼ਰ ਦੇ ਨੂਰ ਦਾ ਪ੍ਰਗਟਾਵਾ ਗੁਰੂ ਨਾਨਕ ਨੇ ਆਪਣੇ ਸਰੂਪ ਤੋਂ ਕੀਤਾ ਸੀ। ਇਸ ਕਰਕੇ ਕਹਿੰਦੇ ਜਿਵੇਂ ਪਹਿਲੇ ਯੁੱਗਾਂ ਦੇ ਵਿੱਚ ਅਕਰੂਰ ਜੀ ਨੇ, ਉਦੋਂ ਜੀ ਨੇ, ਬਿਦਰ ਨੇ ਦਾਸ ਭਾਵ ਕਰਕੇ, ਗਿਆਨ ਭਾਵ ਕਰਕੇ ਅਕਾਲ ਪੁਰਖ ਸਰੂਪ ਨੂੰ ਜਾਣਿਆ ਹੈ, ਉਸੇ ਤਰ੍ਹਾਂ ਗੁਰੂ ਨਾਨਕ ਸਰੂਪ ਸਾਰੀ ਕਾਇਨਾਤ ਨੂੰ ਬਖਸ਼ਿਸ਼ ਕਰ ਰਹੇ ਹਨ। ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਇਸ ਕਰਕੇ ਭੱਟ ਕਲ ਦੀ ਉਚਾਰਨ ਕਰਦੇ ਹਨ, ਕਬ ਕਲ ਸੁਜਸ, ਕਿ ਐਸੇ ਸਮਰੱਥ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਣਾਂ ਦਾ ਗਾਇਨ ਕਰਦੇ ਹਾਂ। ਰਾਜ ਜੋਗ ਜਿਨ ਮਾਣਿਓ, ਰਾਜ ਦਾ ਭਾਵ ਕਿ ਸਾਰੀ ਕਾਇਨਾਤ ਨੇ ਉਹਨਾਂ ਦੇ ਗਿਆਨ ਦੇ ਪ੍ਰਕਾਸ਼ ਕਰਕੇ। ਹੁਣ ਰਾਜਯੋਗ ਦਾ ਇੱਕ ਰਾਜ ਦਾ ਵੀ ਥੋੜ੍ਹਾ ਵਿਸਥਾਰ ਆਪਦੇ ਸਨਮੁਖ ਰੱਖਦੇ ਹਾਂ। ਅਸੀਂ ਆਮ ਤੌਰ 'ਤੇ ਦੁਨਿਆਵੀ ਸੱਤਾ ਦਾ ਜਿਹੜਾ ਰਾਜ ਦੇਖਦੇ ਹਾਂ, ਉਸ ਰਾਜ ਦੇ ਵਿੱਚ ਇੱਕ ਸੀਮਾ ਹੁੰਦੀ ਹੈ। ਉਸ ਰਾਜ ਦੇ ਪ੍ਰਗਟ ਹੋਣ ਦੇ ਕਈ ਕਾਇਦੇ ਕਾਨੂੰਨ ਹੁੰਦੇ ਨੇ, ਫਿਰ ਜਾ ਕੇ ਸਾਨੂੰ ਪਤਾ ਲੱਗਦਾ ਕਿ ਫਲਾਣੇ ਦੀ ਸੱਤਾ ਇੱਥੇ ਚੱਲਦੀ ਹੈ। ਗੁਰੂ ਨਾਨਕ ਰਾਜ ਦੇ ਕੀ ਚਿੰਨ੍ਹ ਹਨ ਜਿਨ੍ਹਾਂ ਤੋਂ ਪਤਾ ਲੱਗੇ ਕਿ ਗੁਰੂ ਨਾਨਕ ਰਾਜ ਧਰਤੀ 'ਤੇ ਸਦੀਵੀ ਅਟੱਲ ਹੈ। ਗੁਰੂ ਨਾਨਕ ਰਾਜ ਦਾ ਭਾਵ ਇਹ ਹੈ ਕਿ ਜਿਹੜੇ ਸਿੱਧ ਲੋਕ ਨਿਰਵਿਕਲਪ ਸਮਾਧੀ ਦੀ ਤਲਾਸ਼ ਵਿੱਚ ਸਨ ਅਤੇ ਸੰਸਾਰ ਵੱਲੋਂ ਬਿਲਕੁਲ ਅਕਿਰਿਆਸ਼ੀਲ ਹੋ ਗਏ ਸਨ, ਸੰਸਾਰ ਦੀ ਤਰਫ ਕੋਈ ਚਾਹਤ ਨਹੀਂ ਰੱਖੀ, ਉਹਨਾਂ ਦੀ ਭਗਤੀ ਦੇ ਉੱਪਰਲੇ ਸਿਖਰਲੇ ਮੁਕਾਮ ਦਾ ਪ੍ਰਕਾਸ਼ ਕਰਕੇ ਉਹਨਾਂ ਨੂੰ ਫਿਰ ਜਗਤ ਦੀ ਕਿਰਿਆ ਦੇ ਵਿੱਚ ਜੋੜ ਦੇਣਾ। ਇਹਦਾ ਮਤਲਬ ਜਿਹਦਾ ਰਾਜ ਹੋਵੇ ਉਹੀ ਜੋੜ ਸਕਦਾ ਹੈ, ਉਹਦੇ ਅਧੀਨ ਹੁੰਦਾ ਹੈ। ਇਸੇ ਤਰ੍ਹਾਂ ਇਸਲਾਮ ਜਿਹੜਾ ਖੜੋਤ ਵਿੱਚ ਜਾ ਚੁੱਕਾ ਸੀ, ਪਰਮੇਸ਼ਰ ਦੀ ਹੋਂਦ ਨੂੰ ਇੱਕੋ ਤਰਫ ਮੰਨਦਾ ਸੀ, ਆਪਣੇ ਰਾਜ ਦੇ ਪ੍ਰਕਾਸ਼ ਨਾਲ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਹਨਾਂ ਦੇ ਅੰਦਰ ਪਰਮੇਸ਼ਰ ਦੀ ਸਰਵ ਵਿਆਪਕਤਾ ਦਾ ਬੀਜ ਬੀਜਿਆ। ਇਸ ਕਰਕੇ ਭੱਟ ਕਲ ਜੀ ਆਖਦੇ ਹਨ, ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਕਿ ਕਵੀ ਕਲ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਣਾਂ ਦਾ ਗਾਇਨ ਕਰਦਾ ਹੈ। ਰਾਜ ਜੋਗ ਜਿਨ ਮਾਣਿਓ, ਜਿਨ੍ਹਾਂ ਨੇ ਰਾਜ ਭਾਵ ਕੇ ਪਰਮੇਸ਼ਰ ਸਰੂਪ ਹੁੰਦਿਆਂ ਹੋਇਆਂ ਵੀ ਨਿਰਮਾਣਤਾ ਦੇ ਭਾਵ ਵਿੱਚ ਰਹੇ ਅਤੇ ਜੋਗ ਖੁਦ ਪਰਮ ਸਰੂਪ ਹੋ ਕੇ ਸਾਨੂੰ ਸਾਰਾ ਜੁੜਨ ਦਾ ਭੇਦ ਆਪਣੇ ਗਿਆਨ ਦੁਆਰਾ, ਆਪਣੀ ਬਾਣੀ ਦੁਆਰਾ, ਆਪਣੇ ਪ੍ਰਕਾਸ਼ ਦੁਆਰਾ ਸਿਖਾਇਆ। ਇੱਕ ਸ਼੍ਰੇਸ਼ਟ ਪੁਰਖ ਨੇ ਰਾਜ ਦੇ ਵੀ ਅਰਥ ਕੀਤੇ ਸਨ ਕਿ ਗੁਰੂ ਨਾਨਕ ਨੇ ਸਾਰੀ ਕਾਇਨਾਤ ਨੂੰ ਨਵਾਜਿਆ ਹੈ, ਕਿਸੇ ਨੂੰ ਗਿਆਨ ਦੇ ਨਾਲ, ਕਿਸੇ ਨੂੰ ਆਪਣੀ ਕਰੁਣਾ ਦੇ ਨਾਲ, ਅਤੇ ਕਿਸੇ ਨੂੰ ਆਪਣੀ ਤਾੜਨਾ ਦੇ ਨਾਲ, ਅਤੇ ਕਿਸੇ ਨੂੰ ਆਪਣੀ ਦਇਆ ਦ੍ਰਿਸ਼ਟੀ ਦੇ ਨਾਲ। ਇਸ ਕਰਕੇ ਕਹਿੰਦੇ ਹਰੇਕ ਉਹ ਇਨਸਾਨ ਜਿਹਦੇ ਦਿਲ ਦੇ ਵਿੱਚ ਅਕਾਲ ਪੁਰਖ ਸਰੂਪ ਦੀ ਜਿਹੜੀ ਜਿਹੜੀ ਚਾਹਤ ਸੀ, ਗੁਰੂ ਨਾਨਕ ਸਰੂਪ ਨੇ ਉਵੇਂ ਉਵੇਂ ਨਵਾਜਿਸ਼ ਕੀਤਾ। ਇਸ ਕਰਕੇ ਭੱਟ ਕਲ ਜੀ ਆਖਦੇ ਹਨ ਕਿ ਮੈਂ ਗੁਰੂ ਨਾਨਕ ਦੇ ਉਸ ਪਰਮ ਸਰੂਪ ਦੇ ਗੁਣਾਂ ਦਾ ਗਾਇਨ ਕਰਦਾ ਹਾਂ। ਗਾਵਹਿ ਗੁਣ ਬਰਨ ਚਾਰ ਖਟ ਦਰਸ਼ਨ, ਬ੍ਰਹਮਾਦਿਕ ਸਿਮਰੰਥ ਗੁਣਾ। ਹੁਣ ਅੱਗੇ ਭੱਟ ਕਲ ਜੀ ਉਚਾਰਨ ਕਰਦੇ ਹਨ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਣਾਂ ਨੂੰ ਚਾਰੇ ਵਰਨ ਗਾਇਨ ਕਰਦੇ ਹਨ। ਚਾਰੇ ਵਰਨਾਂ ਦਾ ਭਾਵ ਬ੍ਰਾਹਮਣ, ਕਸ਼ਤਰੀ, ਵੈਸ਼ ਅਤੇ ਸ਼ੂਦਰ। ਹੁਣ ਜਿਵੇਂ ਪਹਿਲੇ ਯੁੱਗਾਂ ਦੇ ਵਿੱਚ ਜਿਹੜੇ ਅਵਤਾਰ ਹੋਏ ਹਨ, ਉਹ ਲਗਭਗ ਉਹ ਇੱਕ ਵਰਨ ਤੱਕ ਸੀਮਤ ਰਹੇ, ਤਾਂ ਪਰ ਕਹਿੰਦੇ ਗੁਰੂ ਨਾਨਕ ਸਰੂਪ ਨੇ ਧਰਤੀ 'ਤੇ ਐਸੀ ਬਖਸ਼ਿਸ਼ ਕੀਤੀ ਕਿ ਚਾਰੇ ਵਰਨਾਂ ਨੂੰ, ਹੁਣ ਚਾਰੇ ਵਰਨ ਗੁਰੂ ਨਾਨਕ ਸਰੂਪ ਦੇ ਗੁਣ ਕਿਉਂ ਗਾਇਨ ਕਰਦੇ ਨੇ
ਕਿ ਜਿਹੜੀ ਵਰਣਾ ਦੀ ਮਣੀ ਹੋਈ ਕਾਣ ਸੀ ਉਹਨੂੰ ਗੁਰੂ ਨਾਨਕ ਸਰੂਪ ਨੇ ਆਪਣੇ ਗਿਆਨ ਦੇ ਨਾਲ ਮਿਟਿਆ। ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਦੇ ਅੰਦਰ ਇਹ ਸਿਧਾਂਤ ਸਥਾਪਿਤ ਕੀਤਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਕਿ ਜਿਹੜਾ ਤੁਸੀਂ ਭੇਦ ਬਣਾਇਆ ਹੋਇਆ ਇਹ ਥੀਰ ਨਹੀਂ ਹੈ। ਬਾਲਕ ਦਾ ਭੇਦ ਤਾਂ ਸਾਰਿਆਂ ਦੇ ਵਿੱਚ ਇੱਕ ਬਰਾਬਰ ਪ੍ਰਕਾਸ਼ਮਾਨ ਹੈ। ਇਸ ਕਰਕੇ ਬ੍ਰਾਹਮਣ ਕੁਲ ਦੇ ਵਿੱਚ ਪੈਦਾ ਹੋਣ ਵਾਲੇ ਪੰਡਿਤ ਹਰਦਿਆਲ ਵਰਗੇ ਗੁਰੂ ਨਾਨਕ ਸਰੂਪ ਦੀ ਸਿਫਤ ਦਾ ਗਾਇਨ ਕਰਦੇ ਹਨ। ਕਸ਼ਤਰੀ ਕੁਲ ਦੇ ਅਧਿਕਾਰੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਬੇਦੀ ਕੋਲ ਉਹਦੇ ਉਹ ਵੀ ਗਾਇਨ ਕਰਦੇ ਹਨ। ਵੈਸ਼ ਭਾਵ ਕਿ ਕਿਰਤੀ ਲੋਕ ਜਿਹੜੇ ਹਨ ਉਹ ਵੀ ਗੁਰੂ ਨਾਨਕ ਸਰੂਪ ਨੂੰ ਗਾਇਨ ਕਰਦੇ ਹਨ। ਤਾਂ ਭੱਟ ਕਲ ਜੀ ਆਖਦੇ ਹਨ, ਗਾਵਹਿ ਗੁਣ ਬਰਨ ਚਾਰ ਖਟ ਦਰਸ਼ਨ, ਕਹਿੰਦੇ 6 ਦਰਸ਼ਨ। 6 ਦਰਸ਼ਨ ਕਿਹਾ ਜਾਂਦਾ, ਜੋਗੀ, ਜੰਗਮ, ਸਰੇਵੜੇ, ਮਦਾਰ, ਸੰਨਿਆਸੀ ਅਤੇ ਬ੍ਰਾਹਮਣ। ਜਾਂ 6 ਦਰਸ਼ਨਾਂ ਤੋਂ ਭਾਵ ਸਾਂਖ, ਨਿਆਏ, ਵਿਸ਼ੈਸ਼ਿਕ, ਯੋਗ, ਵੇਦਾਂਤ ਇਹ ਵੀ ਮੰਨੇ ਜਾਂਦੇ ਹਨ। ਭੱਟ ਕਲ ਜੀ ਆਖਦੇ ਨੇ ਕਿ ਗੁਰੂ ਨਾਨਕ ਸਰੂਪ ਦੇ ਗੁਣਾਂ ਨੂੰ ਚਾਰੇ ਵਰਨ ਗਾਇਨ ਕਰਦੇ ਹਨ, 6 ਦਰਸ਼ਨ ਗਾਇਨ ਕਰਦੇ ਹਨ। ਬ੍ਰਹਮਾਦਿਕ ਸਿਮਰੰਥ ਗੁਣਾਤ, ਜਿਹੜੇ ਬ੍ਰਹਮ ਆਦਿਕ ਔਰ ਵੱਡੇ ਬ੍ਰਹਮਾ ਵਰਗੇ ਰਿਸ਼ੀਵਾਨ ਹਨ ਉਹਨਾਂ ਦੇ ਗੁਣ ਸਰੂਪ ਦਾ ਧਿਆਨ ਧਰਦੇ ਹਨ। ਗਾਵੈ ਗੁਣ ਸੇਸ ਸਹਿਸ ਜਿਹਬਾ ਰਸ, ਆਦ ਅੰਤ ਲਿਵ ਲਾਗ ਤੁਨਾ। ਤਾਂ ਭੱਟ ਕਲ ਜੀ ਆਖਦੇ ਹਨ ਕਿ ਜਿਸ ਸ਼ੇਸ਼ ਰਿਸ਼ੀ ਦੀ, ਸ਼ੇਸ਼ ਨਾਗ ਰਿਸ਼ੀ ਦੀ ਕਲਪਨਾ ਕੀਤੀ ਗਈ ਹੈ ਮਿਥਿਹਾਸਕ ਰੂਪ ਦੇ ਵਿੱਚ, ਕਿ ਉਹ ਪਰਮੇਸ਼ਰ ਦੇ ਅਨੰਤ ਨਾਵਾਂ ਦਾ ਉਚਾਰਨ ਰੋਜ਼ਾਨਾ ਕਰਦਾ ਹੈ। ਤਾਂ ਭੱਟ ਕਲ ਜੀ ਆਖਦੇ ਹਨ ਕਿ ਜਿਸ ਪਰਮੇਸ਼ਰ ਦੇ ਅਨੰਤ ਨਾਵਾਂ ਦਾ ਗੁਣ ਗਾਇਨ ਉਹ ਰੋਜ਼ਾਨਾ ਸ਼ੇਸ਼ ਰਿਸ਼ੀ ਕਰਦਾ ਹੈ, ਉਹ ਅਨੰਤ ਗੁਣਾਂ ਦਾ ਸਰੂਪ ਵੀ ਗੁਰੂ ਨਾਨਕ ਹਨ। ਕਹਿੰਦੇ ਇਸ ਕਰਕੇ ਗਾਵੈ ਗੁਣ ਸੇਸ ਸਹਿਸ ਜੇਬਾ ਰਸ, ਹਜ਼ਾਰਾਂ ਜੇਬ ਦੇ ਨਾਲ ਹਜ਼ਾਰਾਂ ਨਵੇਂ ਨਾਮ ਉਚਾਰ ਕੇ ਉਹ ਪਰਮੇਸ਼ਰ ਦੇ ਜਿਸ ਪਰਮ ਰਸ ਨੂੰ ਮਾਣਦਾ ਹੈ, ਭੱਟ ਕਲ ਜੀ ਆਖਦੇ ਹਨ ਕਿ ਉਹ ਵੀ ਸ਼ੇਸ਼ ਨਾਗ ਗੁਰੂ ਨਾਨਕ ਸਰੂਪ ਦਾ ਧਿਆਨ ਕਰ ਰਿਹਾ ਹੈ। ਹੁਣ ਇਹ ਮਿਥਿਹਾਸਕ ਕਲਪਨਾ ਸਾਕਾਰ ਰੂਪ ਦੇ ਵਿੱਚ ਕਿਵੇਂ ਪੂਰੀ ਹੋਵੇ, ਕਿਉਂਕਿ ਗੁਰੂ ਨਾਨਕ ਸਰੂਪ ਦਾ ਜਿੰਨਾ ਨੂਰ ਹੈ ਉਹਨੂੰ ਹਰ ਇੱਕ ਮਨੁੱਖ ਨੇ ਆਪਣੇ ਨਜ਼ਰੀਏ ਤੋਂ ਦੇਖ ਕੇ ਅਤੇ ਆਪਣੇ ਆਪ ਦੇ ਹਿਸਾਬ ਨਾਲ ਕਿਹਾ। ਜਿਵੇਂ ਭੱਟਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਿਹਾ, ਸਿੱਧਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਿਹਾ ਅਵਧੂਤ। ਜੋਗੀਆਂ ਦੇ ਵਿੱਚ ਜਿਹੜੀ ਸਭ ਤੋਂ ਸਿਖਰਲੀ ਪਦਵੀ ਉਹਨੂੰ ਅਵਧੂਤ ਕਿਹਾ ਜਾਂਦਾ ਹੈ। ਉਹ ਸਿੱਧ ਗੋਸ਼ਟ ਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਚਰਪਟ ਬੋਲੇ ਅਵਧੂ ਨਾਨਕ ਦੇਹੋ ਸੱਚਾ ਵਿਚਾਰੋ। ਜਦੋਂ ਗੁਰੂ ਨਾਨਕ ਦੇਵ ਸਾਹਿਬ ਬਗਦਾਦ ਜਾਂਦੇ ਹਨ ਤਾਂ ਉਹ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਪੀਰ ਦੇ ਨਾਲ ਸੰਬੋਧਨ ਹੁੰਦੇ ਹਨ। ਜਦੋਂ ਜੋਗੀਆਂ ਤਪੱਸਵੀਆਂ ਦੀ ਮੰਡਲੀ ਨੂੰ ਮਿਲਦੇ ਹਨ ਉਹਨੂੰ ਨਾਨਕ ਤਪਾ ਆਖਦੇ ਹਨ। ਜਦੋਂ ਗ੍ਰਸਤੀਆਂ ਦੇ ਵਿੱਚ ਵਰਤਦੇ ਹਨ ਤਾਂ ਉਦੋਂ ਉਹਨਾਂ ਨੂੰ ਵੱਡੋ ਗ੍ਰਸਤੀ ਆਖਦੇ ਹਨ। ਇਸ ਕਰਕੇ ਭੱਟ ਕਲ ਜੀ ਆਖਦੇ ਨੇ ਕਿ ਜਿਵੇਂ ਸ਼ੇਸ਼ ਨਾਗ ਹਜ਼ਾਰਾਂ ਜਿਹਬਾਂ ਦੇ ਨਾਲ ਪਰਮੇਸ਼ਰ ਦੇ ਨਵੇਂ ਨਾਵਾਂ ਦਾ ਉਚਾਰਨ ਕਰਕੇ ਰਸ ਮਾਣਦਾ ਹੈ, ਇਵੇਂ ਸਾਰੀ ਕਾਇਨਾਤ ਨੇ ਜਦੋਂ ਅਕਾਲ ਪੁਰਖ ਸਰੂਪ ਨੂੰ ਗੁਰੂ ਨਾਨਕ ਰੂਪ ਦੁਆਰਾ ਦੇਖਿਆ ਤਾਂ ਜਿਹੜੇ ਜਿਹੜੇ ਗੁਣ ਦਾ ਝਲਕਾਰਾ ਜਾਂ ਪ੍ਰਕਾਸ਼ ਮਾਨਵਤਾ ਨੂੰ ਜਿਵੇਂ ਜਿਵੇਂ ਨਜ਼ਰ ਆਇਆ, ਉਵੇਂ ਉਵੇਂ ਸ੍ਰਿਸ਼ਟੀ ਨੇ ਗੁਰੂ ਨਾਨਕ ਸਰੂਪ ਦੇ ਅਥਾਹ ਗੁਣਾਂ ਦਾ ਗਾਇਨ ਕਰਕੇ ਰਸ ਮਾਣਿਆ। ਅਤੇ ਕਹਿੰਦੇ ਇਹ ਏਡਾ ਵੱਡਾ ਰਸ ਸੀ, ਆਦ ਅੰਤ ਲਿਵ ਲਾਗ ਤੁਨਾ, ਕਿ ਆਦ ਤੋਂ ਲੈ ਕੇ ਅੰਤ ਤੱਕ ਉਹਨਾਂ ਜੀਵਾਂ ਦੀ ਧੁਨ ਲੱਗ ਗਈ, ਭਾਵ ਕਿ ਉਹ ਗੁਰੂ ਨਾਨਕ ਸਰੂਪ ਦੇ ਵਿੱਚ ਹੀ ਸਮਾ ਗਏ। ਇਸ ਕਰਕੇ ਭੱਟ ਕਲ ਜੀ ਆਖਦੇ ਹਨ ਕਿ ਗੁਰੂ ਨਾਨਕ ਸਰੂਪ ਦੇ ਗੁਣਾਂ ਦਾ ਗਾਇਨ ਇਕੱਲਾ ਕਿਸੇ ਇੱਕ ਪੱਧਰ 'ਤੇ ਕਿਸੇ ਇੱਕ ਦੇਸ਼ ਵਿੱਚ ਨਹੀਂ ਹੋ ਰਿਹਾ। ਜਿਵੇਂ ਪਿਛਲੇ ਸਮੇਂ ਦੇ ਵਿੱਚ ਇੱਕ ਪੁਸਤਕ ਆਈ ਸੀ ਸਿਆਹਤੋ ਗੁਰੂ ਨਾਨਕ ਸਾਹਿਬ ਬਾਰੇ, ਤਾਂ ਉਹਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦੇ 21 ਵਿਸ਼ਵ ਪ੍ਰਸਿੱਧ ਨਾਵਾਂ ਦਾ ਜ਼ਿਕਰ ਕੀਤਾ ਸੀ ਕਿ ਉਹਦੇ ਵਿੱਚ ਨਾਨਕ ਰਿੰਪੋਚੇ ਵੀ ਕਿਹਾ ਜਾਂਦਾ, ਚੀਨ ਬਰਮਾ ਵੱਲ। ਇਸ ਕਰਕੇ ਭੱਟ ਕਲ ਜੀ ਆਖਦੇ ਹਨ ਕਿ ਗੁਰੂ ਨਾਨਕ ਸਰੂਪ ਤੇਰੇ ਸਰੂਪ ਨੂੰ ਜਿੱਥੋਂ ਜਿੱਥੇ ਵੀ ਧਿਆਇਆ ਗਿਆ ਉੱਥੇ ਨਵੇਂ ਨਵੇਂ ਨਾਮ ਨਾਲ ਉਚਾਰਨ ਕਰਕੇ ਤੇਰੇ ਪਰਮ ਸਰੂਪ ਨੂੰ ਸਿਫਤ ਸਲਾਹ ਦੁਆਰਾ ਤੇਰੇ ਰਸ ਨੂੰ ਮਾਣਿਆ ਗਿਆ। ਅਤੇ ਫਿਰ ਤੇਰੇ ਰਸ ਦੀ ਐਸੀ ਬਖਸ਼ਿਸ਼ ਹੋਈ ਕਿ ਉਹ ਇੱਕ ਇੱਕ ਨਾਂ ਦੇ ਨਾਲ ਹੀ ਭਰਪੂਰ ਹੋ ਗਏ। ਗਾਵੈ ਗੁਣ ਮਹਾਦੇਵ ਬੈਰਾਗੀ, ਜਿਨ ਧਿਆਨ ਨਿਰੰਤਰ ਜਾਣਿਓ। ਤਾਂ ਭੱਟ ਕਲ ਜੀ ਆਖਦੇ ਹਨ ਗਾਵੈ ਗੁਣ ਮਹਾਦੇਵ ਬੈਰਾਗੀ। ਮਹਾਦੇਵ ਦਾ ਭਾਵ ਸ਼ਿਵ ਜੀ। ਕਹਿੰਦੇ ਭਾਵ ਜਿਵੇਂ ਸ਼ਿਵ ਜੀ ਬੈਰਾਗੀ ਹੋ ਕੇ, ਬੈਰਾਗੀ ਹੋਣ ਦਾ ਭਾਵ
ਉਹਨੇ ਆਪਣੇ ਪਿੰਡੇ 'ਤੇ ਸੁਆਹ ਮਲੀ ਹੈ, ਗਲੇ 'ਤੇ ਸੱਪ ਧਾਰਨ ਕੀਤਾ ਹੋਇਆ ਹੈ, ਹੱਥ ਦੇ ਵਿੱਚ ਤ੍ਰਿਸ਼ੂਲ ਹੈ। ਕਹਿੰਦੇ ਇਸ ਕਰਕੇ ਜਦੋਂ ਕੈਲਾਸ਼ ਪਰਬਤ 'ਤੇ ਸ਼ਿਵ ਧਿਆਨ ਲਗਾਉਂਦਾ ਹੈ ਅਤੇ ਸ਼ਿਵ ਨੂੰ ਕਾਲ ਦਾ ਕਰਤਾ ਮੰਨਿਆ ਜਾਂਦਾ ਕਿ ਸਾਰੇ ਸੰਸਾਰ ਦੀ ਮੌਤ ਦਾ ਜਿਹੜਾ ਦੇਵਤਾ ਹੈ ਉਹ ਸ਼ਿਵ ਹੈ, ਨਾਸ਼ ਕਰਨ ਵਾਲਾ ਦੇਵਤਾ ਹੈ। ਪਰ ਭੱਟ ਕੱਲ ਦੀ ਆਖਦੇ ਹਨ ਕਿ ਹੇ ਗੁਰੂ ਨਾਨਕ ਦੇਵ ਸਾਹਿਬ ਜੀ, ਜਦੋਂ ਸ਼ਿਵ ਵਰਗੇ ਵੱਡੇ ਬੈਰਾਗੀ ਧਿਆਨ ਸਰੂਪ ਦੇ ਵਿੱਚ ਬੈਠਦੇ ਹਨ ਅਤੇ ਉਹਨਾਂ ਨੂੰ ਜਿਹੜਾ ਹੁਕਮ ਰੂਪ ਅਨੁਸਰਨ ਮਿਲਦਾ ਹੈ ਜਾਂ ਸੰਸਾਰ ਦੀ ਨਾਸ਼ਨਾ ਦੀ ਨੇਮ ਨੂੰ ਪੂਰਾ ਕਰਨ ਦੇ ਲਈ, ਕਿਉਂਕਿ ਸ਼ਿਵ ਨੂੰ ਨਾਸ਼ਕ ਦੇਵਤਾ ਮੰਨਿਆ ਜਾਂਦਾ ਹੈ, ਤਾਂ ਭੱਟ ਕੱਲ ਦੀ ਆਖਦੇ ਨੇ ਕਿ ਸੰਸਾਰ ਦੇ ਸਾਰੇ ਸੰਸਾਰ ਦੀ ਜਿਹੜੀ ਰਚਨਾ ਹੈ ਉਹਦੇ ਉੱਪਰ ਜਦੋਂ ਕਾਲ ਦਾ ਨੇਮ ਲਾਗੂ ਕਰਨਾ ਹੈ ਅਤੇ ਸ਼ਿਵ ਥਾਪਿਆ ਹੋਇਆ, ਅਤੇ ਸ਼ਿਵ ਆਪਣੇ ਧਿਆਨ ਦੇ ਵਿੱਚ ਜਿਸ ਅਕਾਲ ਪੁਰਖ ਸਰੂਪ ਦੀ ਕਲਪਨਾ ਕਰਦਾ ਹੈ ਉਹ ਵਿਰਾਟ ਸਰੂਪ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਹੀ ਹੋ। ਇਸ ਕਰਕੇ ਗੁਰੂ ਨਾਨਕ ਸਰੂਪ ਦਾ ਇਹ ਭਾਵ ਬਣਦਾ ਹੈ ਕਿ ਗੁਰੂ ਨਾਨਕ ਆਦਿ ਸਿਰਜਕ ਹੈ, ਧਰਤੀ ਦੇ ਮੱਧ ਵਿੱਚ ਵਿਆਪਤ ਅਤੇ ਸ਼ਬਦ ਦੁਆਰਾ ਸਾਰਾ ਭਰਪੂਰ ਹੈ। ਜਦੋਂ ਸਾਰੀ ਕਾਇਨਾਤ ਮਿਟ ਜਾਏਗੀ ਉਦੋਂ ਵੀ ਸ਼ਬਦ ਰੂਪ ਕਰਕੇ ਗੁਰੂ ਨਾਨਕ ਦੀ ਹਸਤੀ ਇਸ ਯੁੱਗ ਦੇ ਵਿੱਚ ਵਿਦਮਾਨ ਰਹੇਗੀ। ਇਸ ਕਰਕੇ ਭੱਟ ਕੱਲ ਦੀ ਆਖਦੇ ਹਨ ਕਿ ਸ਼ਿਵ ਵਰਗੇ ਵੱਡੇ ਵੈਰਾਗੀ। ਹੁਣ ਇਹਦਾ ਵਿੱਚ ਭਾਵ ਇਹ ਹੈ, ਉਹਦਾ ਭਾਵ ਅਗਲਾ ਇਹ ਬਣਦਾ ਹੈ ਕਿ ਜਿਵੇਂ ਜਿੰਨੇ ਬੰਦੇ ਸੰਸਾਰ ਵਿੱਚ ਵੈਰਾਗ ਦੇ ਤਲ 'ਤੇ ਚੱਲ ਰਹੇ ਹਨ ਅਤੇ ਉਹ ਵੈਰਾਗ ਦੇ ਵਿੱਚ ਉਹਨਾਂ ਨੇ ਮੌਤ ਨੂੰ ਜੀਵਨ ਦੀ ਪਰਮ ਸੱਚਾਈ ਮੰਨਿਆ ਹੋਇਆ ਹੈ, ਅਤੇ ਭੱਟ ਕੱਲ ਦੀ ਆਖਦੇ ਹਨ ਕਿ ਉਸ ਪਰਮ ਸੱਚਾਈ ਤੋਂ ਪਾਰ ਜਦੋਂ ਧਿਆਨ ਜਾਏਗਾ ਉੱਥੇ ਜਾ ਕੇ ਜਿਹੜੀ ਮੂਰਤ ਪ੍ਰਗਟਿਤ ਹੋਵੇਗੀ ਉਹ ਵੀ ਗੁਰੂ ਨਾਨਕ ਸਾਹਿਬ ਜੀ ਹਨ। ਕਬ ਕਲ ਸੋ ਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਇਸ ਕਰਕੇ ਕਵੀ ਭੱਟ ਕੱਲ ਦੀ ਆਖਦੇ ਹਨ ਕਬ ਕਲ ਸੋ ਜਸ, ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸ਼੍ਰੇਸ਼ਟ ਜਸ ਦਾ ਗਾਇਨ ਕਰਦਾ ਹਾਂ। ਰਾਜ ਜੋਗ ਜਿਨ ਮਾਣਿਓ, ਜਿਨ੍ਹਾਂ ਨੇ ਸ੍ਰਿਸ਼ਟੀ ਦੇ ਵਿੱਚ ਰਹਿ ਕੇ ਰਾਜ ਜੋਗ ਮਾਣਦਿਆਂ ਹੋਇਆਂ ਸਾਰੇ ਯੁੱਗ ਦਾ ਕਲਿਆਣ ਕੀਤਾ ਹੈ। ਹੁਣ ਇਸ ਭਾਵ ਦੀ ਵਿਚਾਰ ਆਪਦੇ ਸਰਮੁਖ ਰੱਖਣ ਦਾ ਯਤਨ ਕਰਾਂ ਕਿ ਭੱਟ ਸਾਹਿਬਾਨਾਂ ਨੇ ਬੜੀ ਦਫਾ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਰਾਜਯੋਗ ਸ਼ਬਦ ਵਰਤਿਆ ਹੈ। ਰਾਜਯੋਗ ਸ਼ਬਦ ਦਾ ਇੱਕ ਪ੍ਰਮਾਣਿਕ ਹਵਾਲਾ ਇਹ ਵੀ ਬਣਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਜਿੰਨੇ ਪੈਗੰਬਰ ਪ੍ਰਗਟੇ, ਜਿੰਨੇ ਅਵਤਾਰ ਸਰੂਪ ਆਏ, ਸਾਰਿਆਂ ਨੇ ਆਪਣੀ ਲੱਖਤਾ ਨੂੰ ਸੰਪੂਰਨ ਕਿਹਾ। ਆਪ ਕਿ ਕਿਸੇ ਨੇ ਕਿਹਾ ਕਿ ਮੈਂ ਹੀ ਪਰਮੇਸ਼ਰ ਹਾਂ, ਮੈਨੂੰ ਹੀ ਪੂਜਿਆ ਜਾਵੇ, ਮੈਂ ਹੀ ਪਰਮੇਸ਼ਰ ਦਾ ਸੰਪੂਰਨ ਪ੍ਰਕਾਸ਼ ਲੈ ਕੇ ਪ੍ਰਗਟ ਹੋਇਆ ਹਾਂ। ਪਰ ਕਹਿੰਦੇ ਗੁਰੂ ਨਾਨਕ ਅਕਾਲ ਪੁਰਖ ਸਰੂਪ ਨੇ। ਅਕਾਲ ਪੁਰਖ ਹੁੰਦਿਆਂ ਹੋਇਆਂ ਵੀ ਜਦੋਂ ਆਪਣਾ ਸਰਗੁਣ ਰੂਪ ਧਾਰਨ ਕੀਤਾ ਅਤੇ ਆਪਣੇ ਆਪ ਨੂੰ ਦਾਸ ਭਾਵ ਦੇ ਵਿੱਚ ਰੱਖਿਆ, ਕਿਉਂਕਿ ਕਾਇਨਾਤ ਨੂੰ ਮਾਲਕ ਜਿੱਡੀ ਉੱਚੀ ਕਰਨਾ ਹੈ। ਜੇ ਮਾਲਕ ਦਾ ਅਤੇ ਕਾਇਨਾਤ ਦਾ ਸਾਰੀ ਰਚਨਾ ਦਾ ਕੋਈ ਭੇਦ ਰਹਿ ਗਿਆ ਅਤੇ ਸਾਰੀ ਰਚਨਾ ਮਾਲਕ ਦੇ ਪਰਮ ਸਰੂਪ ਵਿੱਚ ਅਭੇਦ ਨਹੀਂ ਹੋ ਸਕੇਗੀ। ਇਸ ਕਰਕੇ ਗੁਰੂ ਨਾਨਕ ਸਰੂਪ ਨੇ ਸਾਰੇ ਮਨੁੱਖਤਾ ਨੂੰ ਅਕਾਲ ਪੁਰਖ ਰੂਪ ਦੇ ਵਿੱਚ ਅਭੇਦ ਕਰਨ ਦੇ ਲਈ ਉਹ ਰੂਪ ਧਾਰਨ ਕੀਤਾ ਤਾਂ ਕਿ ਸਾਡੇ ਸਾਰਿਆਂ ਦੇ ਜੀਵਨ ਵਿੱਚ ਉਹ ਸੋਝੀ ਪੈਦਾ ਹੋਵੇ, ਉਹ ਪ੍ਰਕਾਸ਼ ਪੈਦਾ ਹੋਵੇ, ਉਹ ਗਿਆਨ ਦੀ ਕਿਰਨ ਪੈਦਾ ਹੋਵੇ, ਜਿਹਦੇ ਵਿੱਚੋਂ ਸਾਨੂੰ ਇਹ ਇਲਮ ਪਤਾ ਲੱਗੇ ਕਿ ਗੁਰੂ ਨਾਨਕ ਸਰੂਪ ਗੁਰਮੁਖ ਬਣ ਕੇ ਪ੍ਰਗਟੇ ਹਨ। ਅਤੇ ਜਦੋਂ ਉਹ ਗੁਰਮੁਖ ਬਣ ਕੇ ਪ੍ਰਗਟੇ ਹਨ ਅਤੇ ਉਹ ਸਾਡੇ 'ਤੇ ਕਿਰਪਾ ਹੀ ਕਰਨ ਆਏ ਹਨ ਕਿ ਜਿਹੜਾ ਉਸ ਸਮੇਂ ਦਾ ਧਰਮ ਦਾ ਹੋਰ ਸਾਰੇ ਕੁਝ ਅਧਿਆਤਮਿਕਤਾ ਦਾ ਜੋ ਸਿਲਸਿਲਾ ਬਣਿਆ ਪਿਆ ਸੀ, ਉਹਦੇ ਵਿੱਚ ਤਾਂ ਬੰਦੇ ਨੂੰ ਆਮ ਤਿੰਨਾਂ ਵਰਨਾਂ ਨੂੰ ਤਾਂ ਧਰਮ ਮੰਦਰ ਦੇ ਅੰਦਰ ਵੜਨ ਦੀ ਆਗਿਆ ਨਹੀਂ ਸੀ। ਫਿਰ ਗੁਰੂ ਨਾਨਕ ਸਰੂਪ ਨੇ ਗੁਰਮੁਖ ਹੋ ਕੇ ਸਾਰੇ ਧਰਮ ਦੀ ਸਮੱਗਰ ਸਾਧਨਾ ਕੀਤੀ ਅਤੇ ਸਾਨੂੰ ਮਾਨਵਤਾ ਨੂੰ ਇੱਕ ਵੱਡੇ ਜੀਵਨ ਦਾ ਪੈਗਾਮ ਦਿੱਤਾ ਕਿ ਇਸ ਮਾਨਵ ਦੇਹੀ ਦੇ ਵਿੱਚੋਂ ਜਦੋਂ ਕੋਈ ਜੋਤ ਸਰੂਪ ਪ੍ਰਕਾਸ਼ ਨੂੰ ਜਾਣ ਲੈਂਦਾ ਹੈ, ਫਿਰ ਰਾਜ ਭਾਵ ਕਿ ਉਹ ਫਿਰ ਸਾਰੀ ਸ੍ਰਿਸ਼ਟੀ ਦਾ ਅਧਿਆਤਮਿਕ ਰਾਜ ਮੰਨਦਾ ਅਤੇ ਜੋਗ ਰੂਪ ਦੇ ਵਿੱਚ ਜੁੜ ਜਾਂਦਾ ਹੈ। ਇਸ ਕਰਕੇ ਭੱਟ ਕੱਲ ਜੀ ਆਖਦੇ ਹਨ ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਐਸੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜਿਹੜੇ ਰਾਜ ਜੋਗ ਦੇ ਭਾਵ ਨੂੰ ਮਾਣ ਕੇ ਸੰਸਾਰ ਦੇ ਕਲਿਆਣ ਕਰਤਾ ਹਨ। ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਿਦੰਤਰ। ਹੁਣ ਭੱਟ ਸਾਹਿਬਾਨ ਅਗਲੇ ਸਵਈਏ ਵਿੱਚ ਬਖਸ਼ਿਸ਼ ਕਰਦੇ ਹਨ ਕਿ ਰਾਜ ਜੋਗ ਮਾਣਦਿਆਂ ਹੋਇਆਂ ਗੁਰੂ ਨਾਨਕ ਦੇਵ ਸਾਹਿਬ ਧਰਤੀ 'ਤੇ ਵਿਚਰੇ ਕਿਵੇਂ ਹਨ। ਗੁਰੂ ਨਾਨਕ ਦੇਵ ਸਾਹਿਬ ਧਰਤੀ 'ਤੇ ਵਿਚਰੇ ਕਿਵੇਂ ਹਨ, ਜ਼ਿਕਰ ਕਰਦੇ ਹਨ ਬਸਿਓ ਨਿਰਵੈਰ ਰਿਦੰਤਰ।
ਹੁਣ ਅਸੀਂ ਜਿਹੜਾ ਮੂਲ ਮੰਤਰ ਵਿੱਚ ਪਦ ਪੜ੍ਹਦੇ ਹਾਂ, ਅਕਾਲ ਮੂਰਤ। ਜਦੋਂ ਗੁਰੂ ਨਾਨਕ ਸਾਹਿਬ ਪ੍ਰਗਟੇ, ਮਜ਼੍ਹਬਾਂ ਦੀ ਕੱਟੜਤਾ ਹੈ। ਭਾਈ ਗੁਰਦਾਸ ਜੀ ਨੇ ਲਿਖਿਆ, ਖੈ ਖੈ ਮਰਦੇ ਬਾਹਮਣ ਮੌਲਾਣੇ। ਭਾਈ ਗੁਰਦਾਸ ਸਾਹਿਬ ਜੀ ਨੇ ਉਸ ਯੁੱਗ ਦੀ ਮਜ਼੍ਹਬ ਦੀ ਕੱਟੜਤਾ ਦੀ ਹਾਲਤ ਲਿਖੀ ਹੈ। ਕਹਿੰਦੇ ਵੈਰ ਦੇ ਮੰਡਲ ਵਿੱਚ ਆ ਕੇ ਗੁਰੂ ਨਾਨਕ ਸਰੂਪ ਨੇ ਆਪਣੇ ਏਕੋ ਸੱਤ ਦਾ ਪ੍ਰਗਟਾਵਾ ਇੰਜ ਕੀਤਾ ਕਿ ਉਹਨਾਂ ਨੇ ਸਾਰੀ ਸ੍ਰਿਸ਼ਟੀ ਦੇ ਵੈਰ ਭਾਵ ਕਾਣ ਨੂੰ ਮੇਟ ਦਿੱਤਾ। ਹੁਣ ਉਹ ਕਿਵੇਂ ਮਿਟਿਆ, ਇਹਦਾ ਜ਼ਿਕਰ ਆਪਦੇ ਸਨਮੁਖ ਰੱਖਾਂ। ਦੋਵਾਂ ਦੇ ਮਜ਼ਹਬ ਦਾ ਝਗੜਾ ਸੀ, ਅਥਾਹ ਵੈਰ ਸੀ ਇੱਕ ਦੂਜੇ ਦੇ ਵਿੱਚ। ਗੁਰੂ ਨਾਨਕ ਸਰੂਪ ਨੇ ਜਦੋਂ ਬਾਣੀ ਦਾ ਉਚਾਰਨ ਕੀਤਾ ਤੇ ਆਪਣੀ ਬਾਣੀ ਦੇ ਵਿੱਚ ਪਰਮੇਸ਼ਰ ਦੇ ਸੰਬੰਧ ਵਿੱਚ ਕਹੇ ਜਾਣ ਵਾਲੇ ਉਹਨਾਂ ਦੋਵਾਂ ਨਾਵਾਂ ਦਾ ਸਮਾਵੇਸ਼ ਕਰ ਲਿਆ, ਭਾਵ ਕਿ ਸਮਾ ਲਿਆ, ਜਿਹਨੂੰ ਲੈ ਕੇ ਉਹ ਆਪਣੀ ਕੱਟੜਤਾ ਪ੍ਰਗਟਾਉਂਦੇ ਸਨ। ਇੰਨੀ ਜ਼ਿਆਦਾ ਕੱਟੜਤਾ ਸੀ ਕਿ ਜਿਹੜਾ ਇਸਲਾਮ ਵਾਲੇ ਸਨ ਉਹ ਆਪਣੇ ਮੂੰਹ ਤੋਂ ਰਾਮ ਨਿਕਲ ਜਾਣਾ ਬੜਾ ਵੱਡਾ ਗੁਨਾਹ ਮੰਨਦੇ ਸਨ, ਤੇ ਜਿਹੜੇ ਹਿੰਦੂ ਸਨ ਉਹ ਅੱਲਾ ਕਹਿਣਾ ਬੜਾ ਵੱਡਾ ਗੁਨਾਹ ਮੰਨਦੇ ਸਨ। ਜਦੋਂ ਗੁਰੂ ਨਾਨਕ ਇੱਕੋ ਸਰੂਪ ਨੇ ਆਪਣਾ ਪ੍ਰਕਾਸ਼ ਕੀਤਾ ਤਾਂ ਉਹਨਾਂ ਨੇ ਜਿਹੜਾ ਸ਼ਬਦ ਉਪਦੇਸ਼ ਦਿੱਤਾ, ਉਹਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਇਹ ਖਿਆਲ ਪ੍ਰਗਟਾਇਆ ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਸ ਕਰਕੇ ਬਾਣੀ ਦੇ ਵਿੱਚ ਵਾਕ ਆਉਂਦੇ ਹਨ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅਲਾਏ। ਭਾਵ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨਿਰਵੈਰ ਰਿਦੰਤਰ, ਕਿ ਵੈਰ ਦੇ ਮੰਡਲ ਵਿੱਚ ਵਿਚਰਦਿਆਂ ਹੋਇਆਂ ਗੁਰੂ ਨਾਨਕ ਸਰੂਪ ਨੇ ਆਪਣੇ ਗਿਆਨ ਦਾ ਪ੍ਰਕਾਸ਼ ਇਉਂ ਕੀਤਾ ਕਿ ਉਹ ਖੁਦ ਨਿਰਵੈਰ ਰਹੇ, ਕਿਸੇ ਮਜ਼ਹਬ ਨਾਲ ਵੈਰ ਭਾਵ ਨਹੀਂ ਬਣਿਆ, ਸਾਰਿਆਂ ਨੂੰ ਇੱਕੋ ਸਰੂਪ ਦਾ ਗਿਆਨ ਕਰਵਾਇਆ। ਔਰ ਜ਼ਿਕਰ ਕਰਦੇ ਹਨ ਰਿਦੰਤਰ, ਕਿ ਸਦਾ ਉਹਨਾਂ ਦੇ ਅੰਦਰ ਜਿਹੜਾ ਹੈ, ਉਹਨਾਂ ਦੇ ਹਿਰਦੇ ਅੰਦਰ ਨਿਰਵੈਰ ਭਾਵ ਵਾਸ ਕਰਦਾ ਰਿਹਾ। ਹੁਣ ਗੁਰੂ ਨਾਨਕ ਅਕਾਲ ਪੁਰਖ ਸਰੂਪ ਕਿਵੇਂ ਹਨ? ਅਸੀਂ ਮੂਲ ਮੰਤਰ ਦੇ ਵਿੱਚ ਇੱਕ ਪਦ ਪੜ੍ਹਦੇ ਹਾਂ, ਨਿਰਵੈਰ। ਸਾਰੀ ਕਾਇਨਾਤ ਜਦੋਂ ਗੁਰੂ ਨਾਨਕ ਸਾਹਿਬ ਧਰਤੀ 'ਤੇ ਵਿਚਰੇ ਤੇ ਬਾਣੀ 'ਚ ਵੀ ਪ੍ਰਮਾਣ ਆਉਂਦੇ ਹਨ ਕਿ ਇੱਕ ਐਸੀ ਅਗਿਆਨੀ ਕਿਸਮ ਦੇ ਲੋਕ ਜਿਨ੍ਹਾਂ ਨੇ ਉਸ ਸਰੂਪ ਦੇ ਪਰਮ ਪ੍ਰਕਾਸ਼ ਨੂੰ ਨਹੀਂ ਪਹਿਚਾਣਿਆ ਤੇ ਇਹਨਾਂ ਵਾਕਾਂ ਦੇ ਨਾਲ ਸੰਬੋਧਨ ਕੀਤਾ, ਕੋਈ ਕਹੈ ਭੂਤਨਾ, ਕੋ ਕਹੈ ਬੇਤਾਲਾ। ਪਰ ਜਿੰਨੀ ਵੀ ਸ੍ਰਿਸ਼ਟੀ, ਚਾਹੇ ਉਹ ਗੁਰੂ ਨਾਨਕ ਦਾ ਵਿਰੋਧ ਕਰਨ ਵਾਲੀ ਸੀ, ਚਾਹੇ ਗੁਰੂ ਨਾਨਕ ਦੇ ਪ੍ਰਕਾਸ਼ ਨੂੰ ਨਹੀਂ ਸਮਝਣ ਵਾਲੀ ਸੀ, ਸਾਰੀ ਕਾਇਨਾਤ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਨਿਰਵੈਰ ਹੋ ਕੇ ਪ੍ਰਕਾਸ਼ਮਾਨ ਆਪਣੇ ਸ਼ਬਦ ਦੇ ਨਾਲ ਨਵਾਜਿਆ। ਤਾਂ ਗੁਰੂ ਭੱਟ ਸਾਹਿਬਾਨ ਜੀ ਆਖਦੇ ਹਨ, ਸ੍ਰਿਸ਼ਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ। ਕਹਿੰਦੇ ਜਿਹੜੇ ਬ੍ਰਾਹਮਣ ਤੋਂ ਇਲਾਵਾ 3 ਵਰਣ ਸਨ, ਉਹਨਾਂ ਨੂੰ ਕੋਈ ਗਿਆਨ ਦਾ ਉਪਦੇਸ਼ ਦ੍ਰਿੜ ਕਰਾਉਣ ਵਾਲਾ ਨਹੀਂ ਸੀ, ਕੋਈ ਉਹਨਾਂ ਨੂੰ ਦੀਖਿਤ ਕਰਨ ਵਾਲਾ ਨਹੀਂ ਸੀ, ਕੋਈ ਪਰਮੇਸ਼ਰ ਦੀ ਸਿਫਤ ਦਾ ਭੇਦ ਸਮਝਾਉਣ ਵਾਲਾ ਨਹੀਂ ਸੀ, ਕੋਈ ਉਹਨਾਂ ਦੇ ਅੰਦਰਲੇ ਅਗਿਆਨ ਦੇ ਪਸਾਰਾਂ ਨੂੰ ਆਪਣੇ ਪ੍ਰਕਾਸ਼ ਦੇ ਨਾਲ ਰੋਕਣ ਦੇ ਸਮਰੱਥ ਨਹੀਂ ਸੀ। ਤਾਂ ਭੱਟ ਸਾਹਿਬ ਜੀ ਆਖਦੇ ਨੇ, ਸ੍ਰਿਸ਼ਟ ਸਗਲ ਉਦਰੀ। ਹੁਣ ਜਦੋਂ ਸ੍ਰਿਸ਼ਟ ਸਗਲ ਉਦਰੀ ਕਹਿ ਰਹੇ ਨੇ ਭੱਟ ਸਾਹਿਬਾਨ, ਤੇ ਇਹਦੇ ਮਗਰ ਉਹਨਾਂ ਦੀ ਇੱਕ ਸੋਝੀ ਹੈ, ਕਿਉਂਕਿ ਉਹ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੇਲੇ ਆਏ ਹਨ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੇਲੇ ਆ ਕੇ ਦੇਖਦੇ ਹਨ ਕਿ ਇੱਥੇ ਬੈਠੇ ਹੋਏ ਦਰਬਾਰ ਦੇ ਵਿੱਚ ਸ਼ੂਦਰ ਵੀ ਕੀਰਤਨ ਕਰ ਰਹੇ ਹਨ, ਜਿਹੜੇ ਵੈਸ਼ ਹਨ ਉਹ ਵੀ ਗਿਆਨ ਦੀ ਵਿਚਾਰ ਕਰ ਰਹੇ ਹਨ। ਤਾਂ ਭੱਟ ਸਾਹਿਬਾਨਾਂ ਨੇ ਆਖਿਆ, ਸ੍ਰਿਸ਼ਟ ਸਗਲ ਉਦਰੀ, ਕਿ ਜਿਹੜੇ ਗਿਆਨ ਦੀ ਸਾਧਨਾ ਦੇ ਨੇੜੇ, ਪਰਮੇਸ਼ਰ ਦੇ ਰੂਪ ਦੀ ਕਲਪਨਾ ਦੇ ਨੇੜੇ ਵੀ ਨਹੀਂ ਸਨ ਆਉਂਦੇ, ਉਹਨਾਂ ਸਾਰਿਆਂ ਦਾ ਕਲਿਆਣ ਕਰਤਾ ਗੁਰੂ ਨਾਨਕ ਦੇਵ ਸਾਹਿਬ ਹਨ। ਅਤੇ ਉਹਨਾਂ ਨੇ ਕਿਵੇਂ ਤਾਰਿਆ ਸਾਰੀ ਸ੍ਰਿਸ਼ਟੀ ਨੂੰ? ਨਾਮ ਰੂਪ ਉਪਦੇਸ਼ ਦੇ ਕੇ। ਹੁਣ ਨਾਮ ਰੂਪ ਉਪਦੇਸ਼ ਕਿਵੇਂ ਦਿੱਤਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਇਹ ਵੀ ਸਮਝਣ ਦੀ ਲੋੜ ਹੈ। ਜਦੋਂ ਦੇਖਿਆ ਕਿ ਬ੍ਰਾਹਮਣ ਜਿਹੜਾ ਹੈ ਉਹ ਬ੍ਰਹਮ ਦੇ ਸਰੂਪ ਨੂੰ ਲੈ ਕੇ ਜਿਹੜਾ ਹੈ ਕੱਟੜਤਾ ਦੇ ਵਿੱਚ ਫਸਿਆ ਹੋਇਆ ਹੈ, ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਹਨੂੰ ਨਾਮ ਦਾ ਉਪਦੇਸ਼ ਦਿੱਤਾ ਕਿ ਤੂੰ ਕੇਵਲ ਬ੍ਰਾਹਮਣ ਕੁਲ ਦੇ ਵਿੱਚ ਜਨਮ ਲੈਣ ਨਾਲ ਬ੍ਰਾਹਮਣ ਨਹੀਂ ਹੈ। ਜਦੋਂ ਤੱਕ ਤੂੰ ਬ੍ਰਹਮ ਦੀ ਵਿਚਾਰ ਕਰਕੇ ਸਾਰਿਆਂ ਦੇ ਅੰਦਰ ਮਾਲਕ ਦੀ ਇੱਕੋ ਜੋਤ ਨੂੰ ਨਹੀਂ ਪਹਿਚਾਣ ਲੈਂਦਾ, ਉਹਨਾਂ ਚਿਰ ਉਦੋਂ ਤੂੰ ਬ੍ਰਾਹਮਣ ਬਣੇਗਾ। ਇਸ ਕਰਕੇ ਬ੍ਰਾਹਮਣ ਜਿਹੜਾ ਕਰਮ ਕਾਂਡ ਵਿੱਚ ਫਸ ਕੇ ਕੁਲਾ ਅਭਿਮਾਨ ਦੇ ਵਿੱਚ ਫਸਿਆ ਹੋਇਆ ਸੀ, ਉਹਨੂੰ ਗੁਰੂ ਨਾਨਕ ਨੇ ਆਪਣੇ ਨਾਮ ਦੇ ਨਾਲ ਇਵੇਂ ਤਾਰਿਆ। ਜਦੋਂ ਕਸ਼ੱਤਰੀ ਮਿਲਿਆ ਤਾਂ ਗੁਰੂ ਸਾਹਿਬ ਜੀ ਨੇ ਇਹ ਨਹੀਂ ਕਿਹਾ ਕਿ ਤੂੰ ਕੇਵਲ ਸ਼ਸਤਰ ਉਠਾਉਣ ਦੇ ਨਾਲ ਕਸ਼ੱਤਰੀ ਹੋ ਜਾਏਗਾ, ਜਦ ਤੇਰਾ ਕਸ਼ੱਤਰੀ ਕੁਲ ਦੇ ਵਿੱਚ ਜਨਮ ਹੋਣ ਨਾਲ ਤੂੰ ਕਸ਼ੱਤਰੀ ਹੋ ਜਾਏਗਾ। ਗੁਰੂ ਸਾਹਿਬ ਜੀ ਨੇ ਖੱਤਰੀ ਸੋ ਜੋ ਕਰਮਾਂ ਕਾ ਸੂਰ, ਉਹਨੂੰ ਨਾਮ ਰੂਪ ਉਪਦੇਸ਼ ਗੁਰੂ ਸਾਹਿਬ ਜੀ ਨੇ ਇੰਝ ਕੀਤਾ। ਫਿਰ ਜਿਹੜਾ ਵੈਸ਼ ਸੀ, ਜਿਹੜਾ ਕਿਰਤ ਦੇ ਵਿੱਚ ਸੀ,
ਤੇ ਉਹਨੂੰ ਇਹ ਨਹੀਂ ਕਿਹਾ ਕਿ ਕਿਰਤ ਕੇਵਲ ਤੂੰ ਆਪਣੇ ਜੀਵਨ ਦੇ ਨਿਰਵਾਹ ਲਈ ਕਰਨੀ ਹੈ। ਉਹਨੂੰ ਕਿਹਾ ਕਿ ਤੇਰੇ ਮਾਲਕ ਵੱਡੇ ਕਰਤੇ ਨੇ ਤੈਨੂੰ ਸਾਜਿਆ ਹੈ ਕਿ ਤਾਂ ਤੂੰ ਸ੍ਰਿਸ਼ਟੀ ਦਾ ਨੇਮ ਚਲਾ ਸਕੇ। ਤੇ ਸ੍ਰਿਸ਼ਟੀ ਦਾ ਨੇਮ ਦੇਖ, ਇੱਕ ਕੀੜੀ ਵੀ ਮਾਲਕ ਦੇ ਨੇਮ ਵਿੱਚ ਕਰਤੇ ਦੇ ਹੇਠਾਂ ਚੱਲ ਰਹੀ ਹੈ। ਕੋਈ ਜੀਵ ਛੋਟਾ ਜਿਹਾ ਕੀੜਾ ਮਰ ਜਾਂਦਾ ਹੈ ਨਾ, ਹਜ਼ਾਰਾਂ ਕੀੜੀਆਂ ਜਿਹੜੀਆਂ ਸੈਂਕੜੇ ਕੀੜੀਆਂ ਰਲ ਕੇ ਉਹਨੂੰ ਅੱਗੇ ਪਿੱਛੇ ਲੈ ਜਾਂਦੀਆਂ ਨੇ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੈਸ਼ ਨੂੰ ਸਮਝਾਇਆ ਕਿ ਤੇਰੀ ਕਿਰਤ ਕੇਵਲ ਜੀਵਨ ਦਾ ਨਿਰਵਾਹ ਨਹੀਂ, ਤੇਰੀ ਕਿਰਤ ਦੇ ਵਿੱਚ ਸਤ ਸੰਤੋਖ ਸੰਜਮ ਆ ਜਾਵੇ ਤੇ ਇਹ ਕਰਤੇ ਦੇ ਨੇਮ ਨੂੰ ਪਾਲਣ ਦੇ ਲਈ ਹੋਵੇ। ਇਸ ਕਰਕੇ ਤੂੰ ਕਿਰਤ ਇਉਂ ਕਰਨੀ ਹੈ। ਜਿਹੜਾ ਸ਼ੂਦਰ, ਉਹਨੂੰ ਵੈਸ਼ ਦੀ ਸੇਵਾ ਦਾ ਗੁਣ ਉਹਨੇ ਗੁਰੂ ਨਾਨਕ ਸਾਹਿਬ ਜੀ ਨੇ ਇਉਂ ਦ੍ਰਿੜ ਕਰਾਇਆ ਕਿ ਜਦੋਂ ਮਾਲਕ ਦੀ ਦਰਗਾਹ ਦੇ ਵਿੱਚ ਮਾਣ ਪਾਉਣਾ ਹੈ ਤੇ ਸੇਵਾ ਹੀ ਸਭ ਤੋਂ ਉੱਤਮ ਕਰਮ ਹੈ। ਇਸ ਕਰਕੇ ਭੱਟ ਸਾਹਿਬਾਨਾਂ ਨੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਵੇਲੇ ਦੇਖਿਆ ਕਿ ਇੱਥੇ ਸੇਵਾ ਦੀ ਵੀ ਬੜੀ ਭਰਪੂਰਤਾ ਹੈ, ਕਿੱਡੇ ਧਿਆਨੀ ਪੁਰਸ਼ ਹਨ ਕਿ ਬਿਲਕੁਲ ਦੇਵਤਿਆਂ ਵਰਗੇ ਲੱਗਦੇ ਨੇ, ਕਿੰਨਾ ਜ਼ਿਆਦਾ ਇਹਨਾਂ ਦੇ ਜੀਵਨ 'ਚ ਨਿਰਭਉ ਨਿਰਵੈਰਤਾ, ਤਾਂ ਫਿਰ ਉਹਨਾਂ ਨੇ ਕਲਪਨਾ ਕੀਤੀ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਕੋਲੋਂ ਉਪਦੇਸ਼ ਪ੍ਰਾਪਤ ਕਰਕੇ ਸ੍ਰਿਸ਼ਟ ਸਗਲ ਉਦਰੀ, ਸਾਰੀ ਸ੍ਰਿਸ਼ਟੀ ਦਾ ਕਲਿਆਣ ਨਾਮ ਲੈ ਤਰਿਓ ਨਿਰੰਤਰ। ਅੱਗੇ ਜ਼ਿਕਰ ਕੀਤਾ ਨਾਮ ਲੈ ਤਰਿਓ ਨਿਰੰਤਰ। ਕੱਲਾ ਉਸ ਯੁੱਗ ਤੱਕ ਨਹੀਂ, ਕਹਿੰਦੇ ਗੁਰੂ ਨਾਨਕ ਤੋਂ ਅੱਗੇ ਗੁਰੂ ਅਰਜਨ ਦੇਵ ਸਾਹਿਬ ਤੱਕ ਅਜੇ ਸ੍ਰਿਸ਼ਟੀ ਦਾ ਕਲਿਆਣ ਹੋ ਰਿਹਾ ਤੇ ਗੱਲ ਉੱਥੇ ਵੀ ਨਹੀਂ ਰੁਕੀ। ਕਹਿੰਦੇ ਜੋ ਗੁਰੂ ਨਾਨਕ ਨੇ ਆਪਣੇ ਸ਼ਬਦ ਦਾ ਪ੍ਰਕਾਸ਼ ਕੀਤਾ ਹੈ, ਇਹ ਸਾਰੀ ਸ੍ਰਿਸ਼ਟੀ ਨੂੰ ਸਦਾ ਹੀ ਤਾਰਦਾ ਰਹੇਗਾ। ਗੁਣ ਗਾਵਹਿ ਸਨਕਾਦ ਆਦ ਜਨਕਾਦ ਜੁਗ ਹੈ ਲੱਗ। ਤਾਂ ਭੱਟ ਕੱਲ ਜੀ ਬਖਸ਼ਿਸ਼ ਕਰਦੇ ਹਨ, ਗੁਣ ਗਾਵਹਿ ਸਨਕਾਦ, ਜਿਹਦਾ ਕੱਲ ਵੀ ਜ਼ਿਕਰ ਆਇਆ ਸੀ ਕਿ ਬ੍ਰਹਮਾ ਦੇ 4 ਪੁੱਤਰ ਤੇ ਜਨਕ ਸਮੇਤ ਜਿਹੜੇ 9 ਰਿਸ਼ੀ ਹਨ। ਕਹਿੰਦੇ ਇਹ ਇੰਨਾ ਜ਼ਿਆਦਾ ਗੁਰੂ ਨਾਨਕ ਸਰੂਪ ਨੂੰ ਜਦੋਂ ਸਨਕ ਸਨੰਦਨ ਸਨਾਤਨ ਵਰਗੇ ਜਿਹੜੇ ਬ੍ਰਹਮਾ ਦੇ ਪੁੱਤਰ ਦੇਖਦੇ ਹਨ ਕਿ ਗੁਰੂ ਨਾਨਕ ਏਡਾ ਵੱਡਾ ਗਿਆਨ ਦਾ ਪ੍ਰਕਾਸ਼ਕ ਹੈ ਕਿ ਹਰ ਮਜ਼ਹਬ ਨੂੰ ਹਰ ਭਾਸ਼ਾ ਦੇ ਵਿੱਚ ਹਰ ਨੁਕਤੇ ਤੋਂ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਦੋਂ ਜਨਕ ਵਰਗੇ ਦੇਖਦੇ ਹਨ ਕਿ ਅਸੀਂ ਤਾਂ ਰਾਜ ਸਿੰਘਾਸਣ 'ਤੇ ਰਹਿ ਕੇ ਨਿਰਵਾਣ ਰਹੇ, ਪਰ ਗੁਰੂ ਨਾਨਕ ਗ੍ਰਸਤ ਦੇ ਵਿੱਚ ਰਹਿ ਕੇ ਨਿਰਵਾਣ ਰਿਹਾ। ਤੇ ਕਹਿੰਦੇ ਉਹ ਗੁਰੂ ਨਾਨਕ ਸਰੂਪ ਨੂੰ ਦੇਖ ਕੇ ਉਹਨਾਂ ਦੇ ਮਨ ਅੰਦਰ ਖਿਆਲ ਪੈਦਾ ਹੁੰਦਾ ਕਿ ਅਸੀਂ ਜੁਗਾਂ ਜੁਗਾਂ ਤੀਕ ਗੁਰੂ ਨਾਨਕ ਸਰੂਪ ਦੀ ਸਿਫਤ ਦਾ ਉਚਾਰਨ ਕਰਦੇ ਰਹੀਏ। ਧੰਨ ਧੰਨ ਗੁਰ ਧੰਨ ਜਨਮ ਸਕਯਥ ਭਲੋ ਜਗ। ਤੇ ਹੁਣ ਭੱਟ ਕੱਲ ਦੀ ਆਖਦੇ ਹਨ ਧੰਨ 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 ਗੁਰ, ਕਿ ਗੁਰੂ ਨਾਨਕ ਸਰੂਪ ਦੀ ਲਖਤਾ ਹੈ ਜਿਹੜੀ ਪਹਿਲੇ ਯੁੱਗਾਂ ਵਿੱਚ ਵੀ ਵਾਪਰ ਗਈ ਹੈ, ਉਹ ਵੀ ਧੰਨਤਾ ਦੇ ਯੋਗ ਹੈ। ਤੇ ਕਹਿੰਦੇ ਜਿਹੜੇ ਇਸ ਜਨਮ ਕਰਕੇ ਜਿਨ੍ਹਾਂ ਨੇ ਗੁਰੂ ਨਾਨਕ ਸਰੂਪ ਨੂੰ ਜਾਣਿਆ ਮਾਣਿਆ ਦੇਖਿਆ ਹੈ, ਉਹਨਾਂ ਦਾ ਵੀ ਜਨਮ ਸਕਯਥ ਭਾਵ ਕਿ ਭਲੋ ਜਗ, ਇਸ ਜਗ ਦੇ ਕਲਿਆਣ ਦੇ ਭਲੇ ਵਾਲੇ ਹਨ। ਪਾਤਾਲ ਪੁਰੀ ਜੈਕਾਰ ਧੁਨ ਕਬ ਜਨ ਕਲ ਵਖਾਣਿਓ। ਤਾਂ ਭੱਟ ਕੱਲ ਦੀ ਆਖਦੇ ਕੇਵਲ ਇੱਥੋਂ ਤੱਕ ਨਹੀਂ, ਜਿਹੜੇ ਪਾਤਾਲ ਦੇ ਵਿਚਲੇ ਜੀਵ ਹਨ, ਜਿੱਥੋਂ ਪਤਾਲ ਤੱਕ ਵਿਆਪਤ ਹੈ, ਉਤੋਂ ਤੱਕ ਜਿੰਨੀ ਰਚਨਾ ਹੈ, ਉਹ ਵੀ ਜਿੰਨੀਆਂ ਪੁਰੀਆਂ ਹਨ, ਸਾਰੀਆਂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜੈਕਾਰ ਦੇ ਵਿੱਚ ਹਨ। ਕਬ ਜਨਮ ਕਲ ਵਖਾਣਿਓ। ਤੇ ਭੱਟ ਕੱਲ ਦੀ ਆਖਦੇ ਇਸ ਗੱਲ ਦਾ ਮੈਂ ਵਿਖਿਆਨ ਕਰਨਾ, ਉਹਦਾ ਭਾਵ ਕੀ ਹੈ ਕਿ ਜਦੋਂ ਗੁਰੂ ਨਾਨਕ ਸਰੂਪ ਦੀ ਸਿਫਤ ਦਾ ਭਾਵ ਜਿਨ੍ਹਾਂ ਜੀਵਾਂ ਦੇ ਅੰਦਰ ਗਹਿਰਾ ਉਤਰਿਆ, ਜਾਂ ਸ੍ਰਿਸ਼ਟੀ ਦੇ ਉਹ ਹਿੱਸੇ ਜਿਵੇਂ ਜਿਹੜੇ ਲੰਕਾ ਵਰਗੇ ਸਨ, ਹੋਰ ਸਾਰੇ ਹਿੱਸੇ ਜਿੱਥੇ ਕਿਸੇ ਅਵਤਾਰ ਦੇ ਕਿਸੇ ਪੈਗੰਬਰ ਦੇ ਮੁਬਾਰਕ ਕਦਮ ਨਹੀਂ ਪਹੁੰਚੇ, ਕਹਿੰਦੇ ਗੁਰੂ ਨਾਨਕ ਸਰੂਪ ਦੀ ਜਦੋਂ ਸਿਫਤ ਦੇਖਣੀ ਹੋਵੇ, ਇੱਕ ਪਾਸੇ ਆਕਾਸ਼ ਦੇ ਵਿੱਚ ਸਿਫਤ ਹੈ ਜਦੋਂ ਧਰੂਵ ਵਰਗੇ ਗੁਰੂ ਨਾਨਕ ਦੀ ਸਿਫਤ ਉਚਾਰਨ ਕਰਦੇ ਹਨ, ਤੇ ਪਾਤਾਲ ਦੇ ਵਿੱਚ ਬਲ ਰਾਜੇ ਵਰਗੇ ਜਿਹੜੇ ਸਰੂਪ ਦੇ ਚਲੇ ਗਏ ਸਨ, ਇਹ ਵੀ ਉਸ ਗੁਰੂ ਨਾਨਕ ਦੀ ਜੈਕਾਰ ਧੁਨੀ ਦਾ ਉਚਾਰਨ ਕਰਦੇ ਹਨ। ਕਬ ਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ। ਹੁਣ ਨਵੇਂ ਨਾਮ ਦਾ ਵਿਖਿਆਨ ਕਰਦੇ ਨੇ ਭੱਟ ਕੱਲ ਦੀ ਆਖਦੇ ਨੇ ਹਰ ਨਾਮ ਰਸਕ, ਕਿ ਗੁਰੂ ਨਾਨਕ ਹਰੀ ਸਰੂਪ ਆਪ ਸੀ, ਉਹਨੇ ਆਪਣੇ ਸਰੂਪ ਦਾ ਪ੍ਰਗਟਾਵਾ ਨਾਮ ਭਾਵ ਕੇ ਬਾਣੀ ਦੁਆਰਾ ਕੀਤਾ ਤੇ ਕੀਰਤਨ ਦੁਆਰਾ ਸਾਨੂੰ ਉਹਦਾ ਰਸ ਮੰਨਣਾ ਸਿਖਾਇਆ। ਨਾਨਕ ਗੁਰ ਰਾਜ ਜੋਗ ਤੈ ਮਾਣਿਓ, ਕਿ ਰਾਜ ਜੋਗ ਮੰਨਣ ਵਾਲੇ ਗੁਰੂ ਨਾਨਕ ਸਰੂਪ ਜਿਨ੍ਹਾਂ ਨੇ ਆਪਣੇ ਨਾਮ ਦਾ ਰਸ ਦੇ ਕੇ ਸਾਰੀ ਸ੍ਰਿਸ਼ਟੀ ਨੂੰ ਸੀਤਲਤਾ ਪਹੁੰਚਾਈ ਹੈ। ਭੱਟ ਕੱਲ ਦੀ ਆਖਦੇ ਨੇ ਐਸੇ ਗੁਰੂ ਨਾਨਕ ਸਰੂਪ ਦੇ ਗੁਣਾਂ ਦਾ ਮੈਂ ਗਾਇਨ ਕਰਦਾ ਹੈ। ਇਸ ਪ੍ਰਕਾਰ ਭੱਟ ਕੱਲ ਦੀ 6 ਸਵਈਆਂ ਦੁਆਰਾ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸਿਫਤ ਦਾ ਉਚਾਰਨ ਕਰਦੇ ਹਨ। ਗੁਰੂ ਸਾਹਿਬ ਕਿਰਪਾ ਕਰਨ, ਸਾਡੀ ਉੱਤਮ ਮਤ ਬੁੱਧ ਦੇ ਅੰਦਰ
ਸਤਿਗੁਰੂ ਗੁਰੂ ਨਾਨਕ ਸਰੂਪ ਦੇ ਅਗਮ ਰੂਪ ਦਾ ਪ੍ਰਗਟਾਵਾ ਹੋ ਜਾਵੇ ਅਤੇ ਬਾਣੀ ਦੇ ਦੁਆਰਾ ਸਤਿਗੁਰੂ ਸਰੂਪ ਦੇ ਅਗੰਮੀ ਦਰਸ਼ਨ ਕਰਕੇ ਸਤਿਗੁਰੂ ਸਰੂਪ ਦੀ ਅਚਰਜਤਾ ਨੂੰ ਲੱਖ ਕੇ ਅਸੀਂ ਆਪਣਾ ਜੀਵਨ ਸਫਲ ਕਰਨ ਦਾ ਯਤਨ ਕਰੀਏ ਜੀ। ਆਪ ਦੇ ਸਨਮੁਖ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ